ਭੱਬਾ ਭੇਦਹਿ ਭੇਦ ਮਿਲਾਵਾ। ਭੇਦਹਿ ਦਾ ਮਤਲਬ ਭੇਦ ਨੂੰ, ਭੇਦ ਦਾ ਮਤਲਬ ਹੈ ਪ੍ਰਭੂ ਦੇ ਨਾਲੋਂ ਪਈ ਹੋਈ ਵਿੱਥ। ਜਿਹੜਾ ਭੇਦ ਬਣਿਆ ਨਾ, ਵਿੱਚ ਵਿੱਥ ਬਣੀ ਹੈ, ਇੱਥੇ ਭੇਦੇ ਦਾ ਮਤਲਬ ਭੇਦ ਵਿੱਥ। ਦੂਜੇ ਭੇਦ ਦਾ ਮਤਲਬ ਹੈ ਵਿੰਨ ਕੇ। ਭੇਦਹਿ ਭੇਦ ਦਾ ਮਤਲਬ ਉਸ ਭੇਦ ਨੂੰ ਵਿੰਨ ਕੇ, ਯਾਨੀ ਖਤਮ ਕਰਕੇ। ਮਿਲਾਵਾ ਦਾ ਮਤਲਬ ਪ੍ਰਭੂ ਨੂੰ ਜਿਹਨੇ ਆਪਣੇ ਆਪ ਦੇ ਨਾਲ ਜੋੜ ਲਿਆ। ਜੋ ਮਨੁੱਖ ਪ੍ਰਭੂ ਨਾਲੋਂ ਪਈ ਹੋਈ ਵਿੱਥ ਨੂੰ ਮੁਕਾ ਕੇ ਆਪਣੇ ਆਪੇ ਨੂੰ ਪ੍ਰਭੂ ਦੀ ਯਾਦ ਦੇ ਨਾਲ ਜੋੜ ਲੈਂਦਾ ਹੈ। ਹੁਣ ਸਾਡੀ ਵਿੱਥ ਕਿਵੇਂ ਪਈ ਹੋਈ ਹੈ? ਜਿਵੇਂ ਅਸੀਂ ਸੱਚ ਨਹੀਂ ਬੋਲਦੇ ਤਾਂ ਇਹਦਾ ਮਤਲਬ ਸੱਚ ਦੇ ਨਾਲੋਂ ਸਾਡੀ ਦੂਰੀ ਪਈ ਹੈ। ਅਸੀਂ ਇੱਕ ਦੂਜੇ ਨਾਲ ਪਿਆਰ ਨਹੀਂ ਕਰਦੇ ਤਾਂ ਮਤਲਬ ਸਾਡੀ ਇੱਕ ਦੂਜੇ ਦੇ ਨਾਲੋਂ ਦੂਰੀ ਦੇ ਵਿੱਚ ਜੈਲਸੀ ਹੈ। ਮੈਂ ਅਹੰਕਾਰ ਕਰ ਰਿਹਾ ਤਾਂ ਇਹਦਾ ਮਤਲਬ ਨਿਮਰਤਾ ਦੇ ਨਾਲੋਂ ਮੇਰੀ ਇੱਕ ਦੂਰੀ ਬਣੀ ਹੋਈ ਹੈ। ਤਾਂ ਇਸ ਦੂਰੀ ਨੂੰ ਖਤਮ ਕਰ ਲੈਣਾ, ਰੱਬ ਦੇ ਨਾਲੋਂ ਪਈ ਹੋਈ ਦੂਰੀ ਨੂੰ ਮਿਟਾ ਕੇ, ਉਸ ਭੇਦ ਦੇ ਨਾਲ ਕੇ ਦੂਰੀ ਨੂੰ ਖਤਮ ਕਰਕੇ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਮਿਲਾ ਲੈਂਦਾ ਹੈ। ਤਾਂ ਜੋ ਮਨੁੱਖ ਪ੍ਰਭੂ ਨਾਲੋਂ ਪਈ ਵਿੱਥ ਨੂੰ ਮੁਕਾ ਕੇ ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹੈ। ਅਬ ਭਉ ਭਾਨ ਭਰੋਸੋ ਆਵਾ। ਅਬ ਤੇ ਥੋੜਾ ਜਿਹਾ ਰੁਕ ਜਾਣਾ ਹੈ। ਅਬ ਭਉ ਭਾਨ ਭਰੋਸੋ ਆਵਾ। ਅਬ ਦਾ ਮਤਲਬ ਹੁਣ, ਯਾਨੀ ਉਸ ਪ੍ਰਭੂ ਦੀ ਯਾਦ ਕਰਕੇ। ਭਉ ਭਾਨ, ਭਾਨ ਦਾ ਮਤਲਬ ਭੰਨ ਕੇ, ਦੂਰ ਕਰਕੇ, ਤੋੜ ਕੇ। ਭਉ ਦਾ ਮਤਲਬ ਡਰ, ਜਿਹੜੇ ਆ ਸੰਸਾਰਿਕ ਵਿਸ਼ੇ ਵਿਕਾਰਾਂ ਦੇ ਡਰ ਬਣੇ ਹੋਏ ਨੇ। ਭਰੋਸੋ ਦਾ ਮਤਲਬ ਯਕੀਨ। ਤਾਂ ਉਸ ਪ੍ਰਭੂ ਦੀ ਯਾਦ ਦੀ ਬਰਕਤ ਦੇ ਨਾਲ ਸੰਸਾਰਿਕ ਡਰਾਂ ਨੂੰ ਦੂਰ ਕੀਤਿਆਂ ਫਿਰ ਪ੍ਰਭੂ ਦੇ ਉੱਤੇ ਯਕੀਨ ਬਣ ਜਾਂਦਾ ਹੈ, ਵਿਸ਼ਵਾਸ ਬਣ ਜਾਂਦਾ ਹੈ। ਆਪਣੇ ਅੰਦਰ ਫਿਰ ਪੂਰੀ ਦੀ ਪੂਰੀ ਵਿਲ ਪਾਵਰ ਜਾਗ ਜਾਂਦੀ ਹੈ ਔਰ ਯਕੀਨ ਬਣ ਜਾਂਦਾ ਹੈ। ਜਦੋਂ ਅਸੀਂ ਪ੍ਰਭੂ ਤੋਂ ਪਈ ਹੋਈ ਦੂਰੀ ਨੂੰ ਖਤਮ ਕਰ ਦਿੰਦੇ ਹਾਂ, ਸੱਚ ਦੇ ਨਾਲ ਜੁੜ ਜਾਂਦੇ ਹਾਂ, ਸੰਸਾਰਿਕ ਡਰਾਂ ਨੂੰ ਦੂਰ ਕਰ ਲੈਂਦੇ ਹਾਂ ਔਰ ਉਸ ਆਨੰਦ ਵਾਲੇ ਜੀਵਨ ਨੂੰ ਮਾਣਦੇ ਹਾਂ, ਤਾਂ ਫਿਰ ਯਕੀਨ ਆ ਜਾਂਦਾ ਹੈ ਕਿ ਵਾਸਤਵ ਦੇ ਵਿੱਚ ਹੀ ਵਿਕਾਰਾਂ ਨੂੰ ਦੂਰ ਕਰਕੇ, ਰੱਬੀ ਗੁਣਾਂ ਦੇ ਨਾਲ ਜੁੜ ਕੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆ ਜਾਂਦੀ ਹੈ। ਫਿਰ ਯਕੀਨ ਆ ਜਾਂਦਾ ਹੈ, ਕਿਉਂਕਿ ਬੰਦਾ ਫਿਰ ਉਸ ਚੀਜ਼ ਨੂੰ ਆਪ ਮਾਣ ਰਿਹਾ ਹੁੰਦਾ ਹੈ, ਉਹਦਾ ਐਕਸਪੀਰੀਅੰਸ ਕਰ ਰਿਹਾ ਹੁੰਦਾ ਹੈ, ਉਹਦੇ ਤਜਰਬੇ ਦੇ ਅੰਦਰ ਉਹ ਚੀਜ਼ ਆ ਜਾਂਦੀ ਹੈ। ਇਸ ਲਈ ਇਹਨਾਂ ਚੀਜ਼ਾਂ ਨੂੰ ਦੂਰ ਕਰਕੇ ਤਾਂ ਸ਼ੁਭ ਗੁਣਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ, ਉਸ ਦੂਰੀ ਨੂੰ ਮਿਟਾਇਆ ਜਾ ਸਕਦਾ ਹੈ। ਤੇ ਜੋ ਇੱਕ ਵਾਰੀ ਉਸ ਦੂਰੀ ਨੂੰ ਮਿਟਾ ਕੇ ਰੱਬੀ ਗੁਣਾਂ ਦੇ ਵਿੱਚ ਮਿਲ ਜਾਂਦਾ ਹੈ, ਮੁੜ ਕੇ ਉਹਦੀ ਦੂਰੀ ਬਣਦੀ ਨਹੀਂ ਹੈ। ਜੋ ਬਾਹਰ ਸੋ ਭੀਤਰ ਜਾਣਿਆ। ਜੋ ਬਾਹਰ, ਜਿਹੜਾ ਬਾਹਰ ਸੀ, ਜੋ ਦੂਰ ਦਿਸਦਾ ਸੀ, ਜਿਹਨੂੰ ਬੰਦਾ ਬਾਹਰ ਲੱਭਦਾ ਫਿਰਦਾ ਹੈ, ਸੋ ਭੀਤਰ ਜਾਣਿਆ, ਉਹਨੂੰ ਆਪਣੇ ਅੰਦਰ ਵਸਦਾ ਹੋਇਆ ਵੇਖ ਲੈਂਦਾ ਹੈ। ਜੋ ਬਾਹਰ ਇਸ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ, ਉਹ ਅੰਦਰ ਵੀ ਵਸਦਾ ਦਿਖਦਾ ਹੈ, ਉਹ ਬਾਹਰ ਵੀ ਵਸਦਾ ਦਿਸਦਾ ਹੈ। ਜਿਹਨੂੰ ਬੰਦਾ ਬਾਹਰ ਸਮਝਦਾ ਸੀ, ਬਾਹਰ ਲੱਭਣ ਜਾ ਰਿਹਾ ਸੀ, ਜੰਗਲਾਂ ਵਿੱਚ ਲੱਭਣ ਦਾ ਯਤਨ ਕਰ ਰਿਹਾ ਸੀ, ਤਪ ਤਪੱਸਿਆ ਕਰ ਰਿਹਾ ਸੀ, ਜਿਹਨੂੰ ਮਿਲਣ ਲਈ ਪੁੰਨ ਦਾਨ ਕਰਦਾ ਫਿਰਦਾ ਸੀ, ਜਪ ਤਪ ਸੰਜਮ ਕਰਦਾ ਸੀ, ਸਮਾਧੀਆਂ ਲਾਉਂਦਾ ਸੀ, ਮਾਲਾ ਫੇਰਦਾ ਸੀ, ਗ੍ਰਸਤ ਦਾ ਤਿਆਗ ਕਰੀ ਬੈਠਾ ਸੀ, ਜਿਹਨੂੰ ਲੱਭਣ ਲਈ ਗੁਫਾ ਵਿੱਚ ਵੜਿਆ ਫਿਰਦਾ ਸੀ, ਪਹਾੜਾਂ ਤੇ ਚੜਿਆ ਸੀ, ਜਲ ਧਾਰਾਵਾਂ ਕਰਦਾ ਫਿਰਦਾ ਸੀ, ਉਹਨੂੰ ਆਪਣੇ ਅੰਦਰ ਹੀ ਫਿਰ ਜਾਣ ਲੈਂਦਾ। ਜੋ ਬਾਹਰ ਸੋ ਭੀਤਰ ਜਾਣਿਆ, ਜਿਹੜਾ ਬਾਹਰ ਦਿਸਦਾ ਸੀ, ਦੂਰ ਦਿਸਦਾ ਸੀ, ਉਹਨੂੰ ਆਪਣੇ ਅੰਦਰ ਹੀ ਵੇਖ ਲੈਂਦਾ ਹੈ। ਕਬੀਰ ਜਾਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ ਜਾਂ ਕੋ ਕਹਤਾ, ਔਰ ਫਿਰ ਉਸੇ ਦਾ ਰੂਪ ਹੋ ਜਾਂਦਾ ਹੈ। ਔਰ ਗੁਰੂ ਜੀ ਪਾਵਨ ਬਚਨ ਕਰਕੇ ਸਾਨੂੰ ਸਮਝਾਉਂਦੇ ਨੇ, ਹੋਂ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਜਨ ਨਾਨਕ ਅਲਖ ਨਾ ਲਖੀਐ, ਗੁਰਮੁਖ ਦੇ ਦਿਖਾਲ। ਤਾਂ ਫਿਰ ਉਹ ਬਾਹਰ ਵਸਤੇ ਨੂੰ ਅੰਦਰ ਪਾ ਲੈਂਦਾ। ਭਇਆ ਭੇਦ ਭੂਪਤ ਪਹਿਚਾਨਿਆ। ਭੇਦ ਦਾ ਮਤਲਬ ਰਾਜ, ਭਇਆ ਦਾ ਮਤਲਬ ਪ੍ਰਗਟ ਹੋ ਗਿਆ, ਰਾਜ ਦੀ ਗੱਲ ਪ੍ਰਗਟ ਹੋ ਗਈ, ਜਿਹੜੀ ਚੀਜ਼ ਦਾ ਭੁਲੇਖਾ ਸੀ ਉਹ ਦੂਰ ਹੋ ਗਿਆ। ਭੂਪਤ ਦਾ ਮਤਲਬ ਧਰਤੀ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ ਪ੍ਰਭੂ। ਪਹਿਚਾਨਿਆ ਦਾ ਮਤਲਬ ਪਹਿਚਾਨ ਲਿਆ, ਭਾਵ ਉਹਦੇ ਨਾਲ ਸਾਂਝ ਬਣ ਗਈ। ਤੇ ਜਦੋਂ ਇਹ ਰਾਜ ਖੁੱਲਿਆ
ਜਦੋਂ ਇਹ ਰਾਜ ਖੁੱਲਿਆ, ਇਸ ਚੀਜ਼ ਤੋਂ ਪਰਦਾ ਲੱਥਾ, ਤਾਂ ਫਿਰ ਉਸ ਪ੍ਰਭੂ ਦੇ ਨਾਲ ਪਹਿਚਾਨਿਆ ਦਾ ਮਤਲਬ ਉਹਦੇ ਨਾਲ ਸਾਂਝ ਬਣ ਗਈ, ਸदैवी ਸਾਂਝ ਬਣ ਗਈ। ਸੁਰਤ ਜਿਹੜੀ ਹੈ ਸਦਾ ਵਾਸਤੇ ਫਿਰ ਰੱਬੀ ਗੁਣਾਂ ਦੇ ਨਾਲ ਜੁੜ ਗਈ। ਹੁਣ ਭੇਦ ਖੁੱਲਣ ਦੀ ਦੇਰ ਹੈ, ਸਿਰਫ ਭੇਦ ਹੈ ਇੱਕ। ਜੇ ਉਹ ਭੇਦ ਬੰਦਾ ਖੋਲ ਲਵੇ ਤਾਂ ਹਕੀਕਤ ਦੇ ਅੰਦਰ ਬੰਦਾ ਹੈ ਤਾਂ ਰੱਬ ਦਾ ਰੂਪ ਹੀ ਹੈ ਨਾ। ਅਸੀਂ ਰੋਜ਼ ਇਹਨਾਂ ਚੀਜ਼ਾਂ ਦੀ ਵਿਚਾਰ ਕਰ ਰਹੇ ਹਾਂ ਬਾਣੀ ਰਾਹੀਂ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਤੂੰ ਜੋਤ ਸਰੂਪ ਪ੍ਰਭੂ ਦਾ ਰੂਪ ਹੈ, ਆਪਣੇ ਆਪੇ ਦੀ ਪਹਿਚਾਨ ਕਰ। ਸਿਰਫ ਇੱਕ ਭੇਦ ਵਾਲੀ ਗੱਲ ਹੀ ਹੈ ਨਾ ਕਿ ਅਸੀਂ ਖੁਸ਼ੀ ਲੱਭ ਰਹੇ ਹਾਂ, ਆਨੰਦ ਲੱਭ ਰਹੇ ਹਾਂ ਈਰਖਾ, ਦਵੇਸ਼, ਵੈਰ, ਵਿਰੋਧ ਵਿੱਚੋਂ, ਤੇ ਉਹ ਖੁਸ਼ੀ ਮਿਲ ਨਹੀਂ ਰਹੀ। ਲੇਕਿਨ ਜੇ ਅਸੀਂ ਸੱਚ ਦੇ ਨਾਲ ਜੁੜ ਜਾਈਏ ਔਰ ਇਹ ਭੇਦ ਖੁੱਲ ਜਾਏਗਾ ਕਿ ਵਾਸਤਵ ਦੇ ਅੰਦਰ ਸ਼ੁਭ ਗੁਣਾਂ ਦੇ ਨਾਲ ਜੁੜਿਆ ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ, ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਤਾਂ ਫਿਰ ਬੰਦਾ ਉਸ ਖੁਸ਼ੀ ਦੇ ਨਾਲ ਹਮੇਸ਼ਾ ਜੁੜਿਆ ਰਹੇਗਾ, ਗੁਣਾਂ ਦੇ ਨਾਲ ਹਮੇਸ਼ਾ ਜੁੜਿਆ ਰਹੇਗਾ, ਪ੍ਰਭੂ ਦੇ ਨਾਲ ਹਮੇਸ਼ਾ ਜੁੜਿਆ ਰਹੇਗਾ। ਫਿਰ ਉਹਦੀ ਸਾਂਝ ਹਮੇਸ਼ਾ ਬਣੀ ਰਹੇਗੀ। ਸਿਰਫ ਇਸ ਭੇਦ ਨੂੰ ਸਮਝਣ ਦੀ ਗੱਲ, ਇਸ ਸੀਕ੍ਰੇਟ ਨੂੰ ਸਮਝਣ ਦੀ ਗੱਲ, ਔਰ ਇਹਨੂੰ ਪਰਦੇ ਨੂੰ ਦੂਰ ਕਰਨ ਦੀ ਲੋੜ ਹੈ, ਭੁਲੇਖਾ ਦੂਰ ਕਰਨ ਦੀ ਲੋੜ ਹੈ। ਤੇ ਦੂਰ ਭੁਲੇਖਾ ਤਾਂ ਹੋਏਗਾ ਜੇਕਰ ਅਸੀਂ ਆਪਣੀ ਸੋਚ ਨੂੰ ਬਦਲਾਂਗੇ, ਰੱਬੀ ਗੁਣਾਂ ਨੂੰ ਅਸੀਂ ਯੂਜ ਵਿੱਚ ਲਿਆਵਾਂਗੇ, ਵਰਤੋਂ ਵਿੱਚ ਲਿਆਵਾਂਗੇ। ਵਰਤੋਂ ਵਿੱਚ ਲਿਆਉਣ ਦੇ ਨਾਲ ਇਹ ਭੇਦ ਖੁੱਲਣਾ ਹੈ। ਮੰਮਾ ਮੂਲ ਗਇਆ ਮਨ ਮਾਨੈ। ਮੂਲ ਦਾ ਮਤਲਬ ਮੁੱਢ, ਜਗਤ ਦਾ ਮੁੱਢ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ, ਸਾਰੇ ਜਗਤ ਦਾ ਤੱਤ। ਗਹਿਆ ਦਾ ਮਤਲਬ ਪਕੜਿਆ, ਮਨ ਵਿੱਚ ਵਸਾਇਆ। ਮਾਨੈ ਦਾ ਮਤਲਬ ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ ਜਾਂ ਭਟਕਣੋਂ ਰੁਕ ਜਾਂਦਾ ਹੈ। ਮੰਮਾ ਮੂਲ ਗਇਆ ਮਨ ਮਾਨੈ, ਮੰਮੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਜੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਲਿਆ ਜਾਏ। ਮੂਲ ਗਹਿਆ ਦਾ ਮਤਲਬ ਜੇ ਰੱਬ ਨੂੰ, ਰੱਬੀ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ ਲਿਆ ਜਾਏ, ਮਨ ਵਿੱਚ ਵਸਾ ਲਿਆ ਜਾਏ। ਮਨ ਮਾਨੈ ਤਾਂ ਮਨ ਮੰਨ ਜਾਂਦਾ ਹੈ। ਮੰਨਣ ਦਾ ਮਤਲਬ ਮਨ ਭਟਕਣ ਤੋਂ ਰੁਕ ਜਾਂਦਾ ਹੈ। ਫਿਰ ਮਨ ਬੁਰਾਈਆਂ ਵੱਲ ਨਹੀਂ ਭੱਜਦਾ, ਫਿਰ ਵਿਕਾਰਾਂ ਵੱਲ ਨਹੀਂ ਦੌੜਦਾ। ਫਿਰ ਇਹਨੂੰ ਸਮਝ ਆ ਜਾਂਦੀ ਹੈ ਕਿ ਇਹ ਉੱਚਾ ਸੁੱਚਾ ਆਚਰਣ ਹੀ ਦੁਨੀਆ ਦੀ ਸਭ ਤੋਂ ਮਹਾਨ ਚੀਜ਼ ਹੈ। ਜਿੰਨੇ ਵੀ ਸੁੱਖ, ਆਰਾਮ, ਸੁੱਖ, ਸ਼ਾਂਤੀ ਰੱਬੀ ਗੁਣਾਂ ਦੇ ਵਿੱਚ ਨੇ। ਫਿਰ ਇਹ ਆਪਣੇ ਗੋਲ ਦੇ ਉੱਤੇ ਟਿਕਿਆ ਰਹਿੰਦਾ ਹੈ। ਫਿਰ ਇਹਦਾ ਮਨ ਆਪਣੇ ਜੀਵਨ ਦੇ ਮਨੋਰਥ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਵਿਕਾਰਾਂ ਵਾਲੇ ਪਾਸੇ ਨਹੀਂ ਦੌੜਦਾ। ਜਦੋਂ ਰੱਬੀ ਗੁਣਾਂ ਨੂੰ ਆਪਣੇ ਅੰਦਰ ਵਸਾ ਲੈਂਦਾ ਬੰਦਾ, ਇਹ ਤਦ ਦੀ ਗੱਲ ਹੈ। ਮਰਮੀ ਹੋਏ ਸੋ ਮਨ ਕੋ ਜਾਣੈ। ਮਰਮੀ ਦਾ ਮਤਲਬ ਹੈਗਾ ਭੇਦ ਜਾਣਨ ਵਾਲਾ। ਮਰਮ ਦਾ ਮਤਲਬ ਹੁੰਦਾ ਹੈ ਭੇਦ, ਤੇ ਮਰਮੀ ਦਾ ਮਤਲਬ ਵਾਕਫ, ਭੇਦ ਜਾਣਨ ਵਾਲਾ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਜੋ ਜੀਵ ਇਹ ਭੇਦ ਪਾ ਲੈਂਦਾ ਹੈ ਕਿ ਪ੍ਰਭੂ ਚਰਨਾਂ ਵਿੱਚ ਜੁੜਿਆ ਮਨ ਭਟਕਣੋਂ ਹਟ ਜਾਂਦਾ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਇਹ ਕਰਮ ਕਰਕੇ ਦੇਖ ਲੈ। ਸੋ ਮਨ ਕੋ ਜਾਣੈ, ਸੋ ਦਾ ਮਤਲਬ ਉਹ ਜੀਵ। ਮਨ ਕੋ ਜਾਣੈ ਦਾ ਮਤਲਬ ਮਨ ਦੀ ਦੌੜ ਭੱਜ ਨੂੰ ਜੀਵ ਸਮਝ ਲੈਂਦਾ, ਭੇਦ ਪਾ ਲੈਂਦਾ। ਉਹਨੂੰ ਸਮਝ ਆ ਜਾਂਦੀ ਹੈ। ਕਿਸ ਚੀਜ਼ ਦੀ ਸਮਝ ਆਉਂਦੀ ਹੈ? ਕਿ ਪ੍ਰਭੂ ਦੇ ਨਾਲ ਜੁੜਿਆ ਮਨ ਦੀ ਦੌੜ ਭੱਜ ਖਤਮ ਹੋ ਜਾਂਦੀ ਹੈ। ਉਹ ਇਸ ਮਨ ਨੂੰ ਫਿਰ ਸਮਝ ਲੈਂਦਾ ਕਿ ਮੇਰਾ ਮਨ ਹੀ ਮੈਨੂੰ ਭਟਕਾ ਰਿਹਾ ਸੀ, ਮੇਰਾ ਮਨ ਹੀ ਵਿਕਾਰਾਂ ਵੱਲ ਦੌੜ ਰਿਹਾ ਸੀ। ਤੇ ਜਦੋਂ ਪ੍ਰਭੂ ਦੇ ਨਾਲ ਉਹ ਜੁੜ ਜਾਂਦਾ ਹੈ ਤਾਂ ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਤੇ ਉਹਦੇ ਮਨ ਦੀ ਜਿਹੜੀ ਦੌੜ ਭੱਜ ਹੈ ਰੁਕ ਜਾਂਦੀ ਹੈ। ਉਹ ਕੇਵਲ ਫਿਰ ਸ਼ੁਭ ਗੁਣਾਂ ਦੇ ਨਾਲ, ਸੱਚ ਦੇ ਨਾਲ, ਰੱਬੀ ਰਜ਼ਾ ਦੇ ਨਾਲ ਹਮੇਸ਼ਾ ਹਮੇਸ਼ਾ ਵਾਸਤੇ ਜੁੜ ਜਾਂਦਾ ਹੈ। ਉਹ ਇਸ ਮਨ ਦੀ ਦੌੜ ਭੱਜ ਨੂੰ ਸਮਝ ਲੈਂਦਾ ਹੈ, ਆਪਣੇ ਮਨ ਨੂੰ ਕੰਟਰੋਲ ਕਰ ਲੈਂਦਾ ਹੈ। ਮਤ ਕੋਈ ਮਨ ਮਿਲਤਾ ਬਿਲਮਾਵੇ। ਬਿਲਮਾਵੇ ਦਾ ਮਤਲਬ ਦੇਰ ਨਾ ਕਰੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕਿਸੇ ਦਾ ਮਨ ਰੱਬ ਦੇ ਨਾਲ ਜੁੜ ਰਿਹਾ ਹੈ ਨਾ, ਜੁੜਨ ਲੱਗੇ, ਤਾਂ ਇਸ ਕੰਮ ਦੇ ਵਿੱਚ ਬੰਦਾ ਦੇਰ ਨਾ ਕਰੇ। ਜੇ ਮਨ ਪ੍ਰਭੂ ਚਰਨਾਂ ਵਿੱਚ ਜੁੜਨ ਲੱਗੇ ਤਾਂ ਮਤਾ ਕੋਈ ਇਸ ਕੰਮ ਵਿੱਚ ਢਿੱਲ ਕਰੇ, ਇਸ ਕੰਮ ਵਿੱਚ ਢਿੱਲ ਨਾ ਕਰੋ। ਯਾਨੀ ਰੱਬੀ ਗੁਣਾਂ ਦੇ ਨਾਲ ਜੁੜਨ ਲਈ, ਰੱਬੀ ਚਰਨਾਂ ਵਿੱਚ ਜੁੜਨ ਲਈ, ਰੱਬੀ ਰਜ਼ਾ ਵਿੱਚ ਤੁਰਨ ਲਈ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ। ਮਨ ਨੂੰ ਮਿਲਣ ਦੇਣਾ ਚਾਹੀਦਾ ਹੈ।
ਮਨ ਨੂੰ ਮਿਲਾਣਾ ਚਾਹੀਦਾ ਹੈ, ਰੱਬੀ ਗੁਣਾਂ ਦੇ ਨਾਲ ਪ੍ਰੀਤ ਕਰਨੀ ਚਾਹੀਦੀ ਹੈ, ਔਰ ਇਸ ਕੰਮ ਦੇ ਅੰਦਰ ਢਿੱਲ ਨਹੀਂ ਕਰਨੀ ਚਾਹੀਦੀ। ਢਿੱਲ ਮੱਠ ਕਰਨੀ ਹੈ, ਵਿਕਾਰਾਂ ਵੱਲ ਦੌੜਨ ਤੋਂ ਢਿੱਲ ਕਰੋ, ਦੇਰ ਕਰੋ। ਨਹਿ ਬਿਲਮ ਧਰਮੰ ਬਿਲਮ ਪਾਪੰ, ਧਰਮ ਦਾ ਕਰਮ ਕਰਦਿਆਂ ਦੇਰ ਨਾ ਕਰੋ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਨ ਕਰਨ ਲੱਗਿਆਂ ਦੇਰ ਨਾ ਕਰੋ। ਦੇਰ ਕਰੋ ਪਾਪ ਕਰਨ ਲੱਗਿਆ ਕਿ ਪਾਪ ਨਹੀਂ ਕਰਨੇ। ਉਧਰੋਂ ਮਨ ਨੂੰ ਰੋਕਣਾ ਹੈ, ਸ਼ੁਭ ਗੁਣਾਂ ਦੇ ਨਾਲ ਜੁੜਨ ਤੋਂ ਮਨ ਨੂੰ ਰੋਕਣਾ ਨਹੀਂ, ਦੇਰ ਨਹੀਂ ਕਰਨੀ। ਜਿੰਨੀ ਵੀ ਛੇਤੀ ਹੁੰਦਾ ਹੈ, ਹਰ ਇਨਸਾਨ ਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਮਨ ਨੂੰ ਰੱਬੀ ਗੁਣਾਂ ਦੇ ਨਾਲ ਜੁੜਨ ਤੋਂ ਦੇਰ ਨਹੀਂ ਕਰਨੀ ਚਾਹੀਦੀ। ਮਗਨ ਭਇਆ ਤੇ ਸੋ ਸੱਚ ਪਾਵੈ। ਮਗਨ ਦਾ ਮਤਲਬ ਮਸਤ, ਸੱਚ ਦਾ ਮਤਲਬ ਸੱਚ, ਪਾਵੇ ਦਾ ਮਤਲਬ ਲੱਭ ਲੈਂਦਾ ਹੈ। ਕਿਉਂਕਿ ਜਦੋਂ ਬੰਦਾ ਪ੍ਰਭੂ ਚਰਨਾਂ ਦੇ ਨਾਲ ਮਗਨ ਹੁੰਦਾ ਹੈ, ਮਸਤ ਹੁੰਦਾ ਹੈ, ਦਿਲੀ ਪਿਆਰ ਕਰਦਾ ਹੈ, ਤਾਂ ਉਹ ਸੱਚ ਨੂੰ ਪਾ ਲੈਂਦਾ ਹੈ, ਸਦਾ ਥਿਰ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਕਦੋਂ? ਜਦੋਂ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਉਂਦਾ ਹੈ, ਜਦੋਂ ਰੱਬੀ ਗੁਣਾਂ ਵਿੱਚ ਮਸਤ ਹੋ ਜਾਂਦਾ ਹੈ। ਹੁਣ ਦੇਖੋ, ਬਹੁਤ ਸਾਰੇ ਲੋਕ ਨੇ ਝੂਠ ਬੋਲਣ ਵਿੱਚ ਮਸਤ ਨੇ, ਕੋਈ ਹੰਕਾਰ ਕਰਨ ਵਿੱਚ ਮਸਤ ਹੈ, ਕੋਈ ਨਸ਼ਿਆਂ ਵਿੱਚ ਮਸਤ ਹੈ, ਕੋਈ ਵੈਰ ਵਿਰੋਧ ਕਮਾਉਣ ਵਿੱਚ ਮਸਤ ਹੈ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬੀ ਗੁਣਾਂ ਵਿੱਚ ਮਸਤ ਨੇ, ਸੱਚ ਬੋਲਣ ਵਿੱਚ ਮਸਤ, ਸੇਵਾ ਦੇ ਵਿੱਚ ਮਸਤ, ਕਿਸੇ ਦੀ ਹੈਲਪ ਕਰਨ ਵਿੱਚ ਮਸਤ, ਇਨਸਾਨੀਅਤ ਦੇ ਵਿੱਚ ਮਸਤ। ਤਾਂ ਜਦੋਂ ਬੰਦਾ ਸ਼ੁਭ ਗੁਣਾਂ ਵਿੱਚ ਮਸਤ ਹੋ ਜਾਂਦਾ ਹੈ ਨਾ, ਗੁਰਮਤ ਦੇ ਨਾਲ ਜੁੜ ਜਾਂਦਾ ਹੈ, ਗੁਰਮਤ ਦੇ ਜੀਵਨ ਵਿੱਚ ਮਸਤ ਹੋ ਜਾਂਦਾ ਹੈ, ਤਾਂ ਉਹ ਰੱਬ ਨੂੰ ਪਾ ਲੈਂਦਾ ਹੈ। ਮਗਨ ਭਇਆ ਤੇ ਸੋ ਸੱਚ ਪਾਵੈ। ਜਿਹੜਾ ਵੀ ਰੱਬੀ ਪ੍ਰੀਤ ਦੇ ਅੰਦਰ ਮਸਤ ਹੋ ਜਾਂਦਾ ਹੈ, ਉਹ ਰੱਬ ਨੂੰ ਪਾ ਲੈਂਦਾ ਹੈ। ਦੇਖੋ ਕਿੰਨਾ ਸੌਖਾ ਕੰਮ ਹੈ ਨਾ। ਮੀਨਸ ਰੱਬੀ ਗੁਣਾਂ ਵਿੱਚ ਮਸਤ ਹੋਣਾ ਹੀ ਰੱਬ ਦੀ ਪ੍ਰਾਪਤੀ ਹੈ। ਰੱਬੀ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਸਿਉ ਦਾ ਮਤਲਬ ਨਾਲ, ਕਾਜ ਦਾ ਮਤਲਬ ਕੰਮ, ਸਾਧੇ ਦਾ ਮਤਲਬ ਸਾਧਨ ਨਾਲ ਸਾਧਿਆਂ, ਵਸ ਦੇ ਅੰਦਰ ਕੀਤਿਆਂ, ਸਿੱਧ ਦਾ ਮਤਲਬ ਹੈ ਸਫਲਤਾ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਮਨੁੱਖ ਦਾ ਅਸਲ ਕੰਮ ਹੈ ਨਾ, ਅਸਲ ਪ੍ਰਯੋਜਨ ਹੈ, ਉਹ ਮਨ ਦੇ ਨਾਲ ਹੈ। ਹਰੇਕ ਜਗਤ ਦਾ ਜੋ ਜੀਵ ਹੈ, ਹਰ ਇੱਕ ਜਗਤ ਦਾ ਜੋ ਹਰ ਇੱਕ ਮਨੁੱਖ ਹੈ, ਉਹਦਾ ਅਸਲ ਕੰਮ ਆਪਣੇ ਮਨ ਦੇ ਨਾਲ ਹੈ। ਮਨ ਸਾਧੇ ਸਿੱਧ ਹੋਏ, ਤੇ ਉਹ ਕੰਮ ਕੀ ਹੈ? ਆਪਣੇ ਮਨ ਨੂੰ ਸਾਧਨਾ, ਮਨ ਨੂੰ ਕਾਬੂ ਵਿੱਚ ਲਿਆਉਣਾ। ਤੇ ਮਨ ਨੂੰ ਕਾਬੂ ਵਿੱਚ ਲਿਆਉਣ ਦੇ ਨਾਲ ਹੀ ਸਫਲਤਾ ਮਿਲਦੀ ਹੈ। ਮਨ ਨੂੰ ਕਾਬੂ ਵਿੱਚ ਰੱਖਣ ਦੇ ਨਾਲ ਸਫਲਤਾ ਮਿਲਦੀ ਹੈ। ਹੁਣ ਦੇਖੋ, ਜੇ ਅਸੀਂ ਮਨ ਨੂੰ ਕਾਬੂ ਕਰ ਲਈਏ ਤਾਂ ਸਫਲਤਾ ਮਿਲ ਸਕਦੀ ਹੈ। ਕਿਵੇਂ ਹੈ? ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜੋ ਸਾਡੀਆਂ ਆਦਤਾਂ ਨੇ ਨਾ, ਇਹ ਕੰਟੀਨਿਊ ਹੋ ਜਾਂਦੀਆਂ ਨੇ, ਤੇ ਜੋ ਵਿਚਾਰ ਨੇ ਉਹ ਸਾਡੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਜਿਵੇਂ ਜਿਵੇਂ ਉਹ ਵਿਚਾਰ ਪੈਦਾ ਹੁੰਦੇ ਨੇ, ਸਾਡੇ ਅੰਦਰ ਨਿਊਰਨਲ ਪੈਟਰਨ ਬਣੀ ਜਾਂਦਾ ਹੈ, ਸਾਡੀਆਂ ਉਹ ਆਦਤਾਂ ਬਣ ਜਾਂਦੀਆਂ ਨੇ, ਸਾਡਾ ਸੁਭਾਅ ਬਣ ਜਾਂਦਾ ਹੈ, ਤੇ ਫਿਰ ਉਸ ਮੁਤਾਬਕ ਹੀ ਬੰਦਾ ਕੰਮ ਕਰੀ ਜਾਂਦਾ ਹੈ। ਤੇ ਆਦਤਾਂ ਕੰਟੀਨਿਊ ਰਹਿੰਦੀਆਂ ਨੇ। ਜੇ ਇਹਨਾਂ ਨੂੰ ਨਹੀਂ ਬਦਲਾਂਗੇ, ਬਦਲਣ ਦਾ ਯਤਨ ਨਹੀਂ ਕਰਾਂਗੇ, ਤਾਂ ਇਹ ਬਦਲਣਗੀਆਂ ਨਹੀਂ। ਬਹੁਤ ਮੁਸ਼ਕਲ ਹੈ ਨਾ। ਗੁਰੂ ਜੀ ਨੇ 2-3 ਮਿਸਾਲਾਂ ਦਿੱਤੀਆਂ ਨੇ ਪਾਵਨ ਬਾਣੀ ਵਿੱਚ। ਇੱਕ ਚਿੱਚੜ ਦੀ ਮਿਸਾਲ ਦਿੱਤੀ ਹੈ, ਆਪਣਾ ਆਪ ਤੂੰ ਕਭੂ ਨਾ ਛੋੜਸ ਪਿਸਨ ਪ੍ਰੀਤ ਜਿਉਰੇ। ਜਿਵੇਂ ਚਿੱਚੜ ਮੱਝ ਦੇ ਹਵਾਨੇ ਤੇ ਲੱਗਾ ਹੋਇਆ ਖੂਨ ਪੀਂਦਾ ਹੈ, ਦੁੱਧ ਨਹੀਂ। ਉਹਦਾ ਸੁਭਾਅ ਹੈ, ਕੁਦਰਤ ਨੇ ਉਹਨੂੰ ਸੁਭਾਅ ਦਿੱਤਾ ਐਸਾ। ਇਸ ਲਈ ਗੁਰੂ ਜੀ ਨੇ ਮਿਸਾਲ ਦਿੱਤੀ ਹੈ ਕਿ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਸ਼ੁਭ ਗੁਣ ਵੀ ਮੌਜੂਦ ਨੇ, ਪਰ ਬੰਦਾ ਔਗੁਣਾਂ ਦਾ ਖੂਨ ਪੀ ਰਿਹਾ ਹੈ, ਔਗਣ ਰੂਪ ਖੂਨ ਪੀ ਰਿਹਾ ਹੈ, ਸ਼ੁਭ ਗੁਣਾਂ ਦਾ ਦੁੱਧ ਨਹੀਂ ਪੀ ਰਿਹਾ। ਮੈਂਡਕ ਦੀ ਮਿਸਾਲ ਦਿੱਤੀ, ਆਪਣਾ ਆਪ ਨੂੰ ਦਾਦਰ ਤੂੰ ਕਭੇ ਨਾ ਦਾਨਸ ਰੇ, ਭਗਤ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਜਿਵੇਂ ਮੈਂਡਕ ਹੈ, ਪਾਣੀ ਦੇ ਵਿੱਚ ਰਹਿੰਦਾ, ਚਿੱਕੜ ਦੇ ਵਿੱਚ ਰਹਿੰਦਾ, ਕਮਲ ਦੇ ਫੁੱਲ ਦੇ ਕੋਲ ਹੈ, ਪਰ ਉਹਦਾ ਆਨੰਦ ਨਹੀਂ ਮਾਣਦਾ, ਗੰਦਗੀ ਖਾਂਦਾ ਹੈ। ਸੁਭਾਅ ਹੈ ਨਾ। ਤੀਜੀ ਮਿਸਾਲ ਦਿੱਤੀ ਹੈ ਕੁੱਤੇ ਦੀ ਪੂਛ ਦੀ, ਆਪਣਾ ਆਪ ਨੂੰ ਕਹੋ ਨਾ ਛੋੜ ਸਵਾਨ ਪੂਛ ਜਿਉ ਰੇ। ਕੁੱਤੇ ਦੀ ਪੂਛ ਟੇਢੀ ਹੈ। ਕਹਿੰਦੇ ਨੇ ਕਿਸੇ ਨੇ ਪਾਈਪ ਦੇ
ਵਿੱਚ ਪਾ ਦਿੱਤੀ ਕੁੱਤੇ ਦੀ ਪੂਛ 12 ਸਾਲ, ਤੇ 12 ਸਾਲ ਬਾਅਦ ਜਦੋਂ ਪਾਈਪ ਖਿੱਚੀ ਤੇ ਪੂਛ ਨਾਲ ਦੇ ਨਾਲ ਫਿਰ ਟੇਢੀ। ਨਹੀਂ ਛੱਡਦੇ ਨਾ, ਆਦਤਾਂ ਨਹੀਂ ਬਦਲਦੀਆਂ। ਤਾਂ ਇਹਨਾਂ ਆਦਤਾਂ ਨੂੰ ਬਦਲਣ ਦੀ ਲੋੜ ਹੈ। ਜੇ ਆਦਤਾਂ ਨਹੀਂ ਬਦਲਾਂਗੇ ਤਾਂ ਇਹ ਸਾਨੂੰ ਫੇਲ ਕਰਨਗੀਆਂ। ਹੁਣ ਆਲਸ ਹੈ, ਮੰਨ ਲਓ ਲੇਟ ਉੱਠਣ ਦੀ ਆਦਤ ਹੈ, ਆਲਸ ਕਰਨ ਦੀ ਆਦਤ ਹੈ, ਤੇ ਇਹਨੇ ਕੰਟੀਨਿਊ ਹੋ ਜਾਣਾ ਜੇ ਨਹੀਂ ਇਸ ਆਦਤ ਨੂੰ ਬਦਲੋਗੇ। ਜਿਹੜਾ ਬੰਦਾ ਨਹੀਂ ਬਦਲੇਗਾ, ਆਲਸ ਰਹੀ ਜਾਏਗਾ ਤੇ ਉਹ ਕੰਮ ਨਹੀਂ ਕਰੇਗਾ। ਚਲੋ ਘੜੀ ਖਲੋ ਕੇ ਕਰ ਲੈਂਦੇ ਆ, ਕਈਆਂ ਨੂੰ ਆਦਤ ਹੁੰਦੀ ਨਾ ਥੋੜਾ ਦੇਰ ਠਹਿਰ ਕੇ ਕਰ ਲਾਂਗੇ, ਉਹ ਸ਼ਾਮ ਤੱਕ ਕੰਮ ਹੁੰਦਾ ਹੀ ਨਹੀਂ, ਕੰਮ ਸਿਰ ਤੇ ਪਈ ਜਾਂਦੇ ਨੇ। ਇਹ ਆਦਤ ਹੈ। ਜੇ ਇਹਨੂੰ ਨਹੀਂ ਬਦਲੋਗੇ, ਮਨ ਨੂੰ ਨਹੀਂ ਸਾਧੋਗੇ ਤੇ ਸਫਲਤਾ ਨਹੀਂ ਮਿਲੇਗੀ, ਉਦਮ ਦੀ ਆਦਤ ਨਹੀਂ ਆਏਗੀ। ਝੂਠ ਬੋਲਣ ਦੀ ਆਦਤ ਹੈ ਜੇ ਕਿਸੇ ਨੂੰ, ਮੰਨ ਲਓ ਤਾਂ ਉਹ ਬੋਲੀ ਜਾ ਰਿਹਾ ਹੈ, ਆਟੋਮੈਟਿਕਲੀ ਝੂਠ ਬੋਲਿਆ ਜਾਏਗਾ। ਤੇ ਜੇ ਝੂਠ ਬੋਲਣ ਦੀ ਕੋਈ ਆਦਤ ਨਹੀਂ ਛੱਡੇਗਾ ਤਾਂ ਆਤਮਿਕ ਜੀਵਨ ਵਿੱਚ ਸਫਲਤਾ ਨਹੀਂ ਮਿਲੇਗੀ। ਇਸੇ ਤਰ੍ਹਾਂ ਮੰਨ ਲਓ ਹੁਣ ਅਸੀਂ ਕਸਰਤ ਕੱਲ ਤੋਂ ਸ਼ੁਰੂ ਕਰਾਂਗੇ, ਸੈਰ ਕੱਲ ਤੋਂ ਸ਼ੁਰੂ ਕਰਾਂਗੇ ਸਿਹਤ ਠੀਕ ਰੱਖਣ ਲਈ, ਤੇ ਜੇ ਬੰਦਾ ਕੱਲ ਪਾਈ ਜਾਏਗਾ, ਇਸ ਆਦਤ ਤੇ ਕੰਟਰੋਲ ਨਹੀਂ ਕਰੇਗਾ, ਸਿਹਤ ਖਰਾਬ ਹੋ ਜਾਏਗੀ ਤੇ ਇਹ ਆਦਤ ਬਣੀ ਰਹੇਗੀ ਨਾ ਕਸਰਤ ਕਰਨ ਦੀ, ਨਾ ਸੈਰ ਕਰਨ ਦੀ। ਖਾਣ ਪੀਣ ਵਿੱਚ ਬਦਲਾਵ ਕਰਨਾ ਹੈ। ਜੇ ਗੁੱਸਾ ਹੈ ਤਾਂ ਗੁੱਸਾ ਆ ਰਿਹਾ ਤਾਂ ਹੁਣ ਗੁੱਸਾ ਬਣਿਆ ਰਹੇਗਾ, ਤੇ ਜੇ ਇਹਨੂੰ ਬਦਲਣ ਦੀ ਆਦਤ ਨਹੀਂ ਅਸੀਂ ਡਿਵੈਲਪ ਕਰਾਂਗੇ, ਇਹਨਾਂ ਨੂੰ ਕੰਟਰੋਲ ਨਹੀਂ ਕਰਾਂਗੇ, ਤਾਂ ਉਹ ਆਦਤ ਕੰਟੀਨਿਊ ਰਹੀ ਜਾਏਗੀ। ਤੇ ਜੇ ਇਹਨਾਂ ਆਦਤਾਂ ਕੰਟੀਨਿਊ ਰਹੀਆਂ, ਇਹ ਕੰਟੀਨਿਊਟੀ ਇਹ ਹੀ ਰਹੀ, ਤਾਂ ਫਿਰ ਰੱਬ ਤੱਕ ਕਿਵੇਂ ਪਹੁੰਚਾਂਗੇ? ਆਤਮਿਕ ਜੀਵਨ ਕਿਵੇਂ ਮਿਲੇਗਾ? ਸ਼ਾਂਤੀ ਕਿਵੇਂ ਆਏਗੀ? ਸਮਾਜ ਅੰਦਰ ਸੁਧਾਰ ਕਿਵੇਂ ਆਏਗਾ? ਇਹ ਸੰਸਾਰ ਬੇਗਮਪੁਰਾ ਕਿਵੇਂ ਬਣੇਗਾ? ਸਾਡਾ ਘਰ ਪਰਿਵਾਰ ਦੇ ਅੰਦਰ ਸੁਖ ਸ਼ਾਂਤੀ ਕਿਵੇਂ ਆਏਗੀ? ਮੇਰਾ ਆਤਮਿਕ ਵਿਕਾਸ ਕਿਵੇਂ ਹੋਏਗਾ? ਇਸੇ ਤਰ੍ਹਾਂ ਬਾਕੀ ਸਾਰੇ ਮਹਿਕਮੇ ਨੇ, ਚਾਹੇ ਉਹ ਰਾਜਨੀਤਿਕ ਨੇ, ਧਾਰਮਿਕ, ਆਰਥਿਕ ਨੇ, ਤਾਂ ਹਰ ਬੰਦੇ ਦਾ ਕੰਮ ਜਿਹੜਾ ਆਪਣੇ ਮਨ ਦੇ ਨਾਲ ਇਹਨੂੰ ਸਾਧਨਾ। ਮਨ ਨੂੰ ਸਾਧਨ ਦੇ ਨਾਲ ਸਫਲਤਾ ਹੋਏਗੀ। ਇਸ ਲਈ ਆਪਣੇ ਮਨ ਦੇ ਅੰਦਰ ਚੰਗੀਆਂ ਆਦਤਾਂ ਡਿਵੈਲਪ ਕਰਨੀਆਂ ਨੇ, ਚੰਗੇ ਗੁਣ ਆਪਣੇ ਅੰਦਰ ਪੈਦਾ ਕਰਨੇ ਨੇ, ਚੰਗੇ ਸੰਕਲਪ ਔਰ ਚੰਗੇ ਵਿਕਲਪ ਆਪਣੇ ਅੰਦਰ ਪੈਦਾ ਕਰਨੇ ਨੇ। ਤੇ ਜੇ ਮਾੜਿਆਂ ਦੀਆਂ ਆਦਤਾਂ ਨੂੰ ਦੂਰ ਨਾ ਕੀਤਾ ਤਾਂ ਫਿਰ ਉਹ ਕੰਟੀਨਿਊ ਰਹੀ ਜਾਣਗੀਆਂ, ਆਤਮਿਕ ਜੀਵਨ ਵਿੱਚ ਸਫਲਤਾ ਨਹੀਂ ਮਿਲੇਗੀ। ਤਾਂ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਹਰ ਇਨਸਾਨ ਦਾ ਕੰਮ ਆਪਣੇ ਮਨ ਦੇ ਨਾਲ ਹੈ। ਮਨ ਨੂੰ ਕਾਬੂ ਕਰਨ ਦੇ ਨਾਲ ਹੀ ਸਫਲਤਾ ਮਿਲਦੀ ਹੈ। ਸਪੋਜ਼ ਕਿ ਤੁਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਹੈ ਯਾਦ ਕਰਨਾ ਚਾਹੁੰਦੇ ਹੋ, ਮੈਂ ਜਾਂ ਤੁਸੀਂ ਕੋਈ ਵੀ ਵੀਰ, ਤੇ ਹੁਣ ਅਸੀਂ ਕਹਿੰਦੇ ਹਾਂ ਸਾਨੂੰ ਜਪਜੀ ਸਾਹਿਬ ਯਾਦ ਨਹੀਂ ਹੁੰਦਾ, ਤਾਂ ਯਾਦ ਕਿਵੇਂ ਹੋਏਗਾ? ਹੁਣ ਸਾਨੂੰ ਕੰਟੀਨਿਊ ਕਰਨਾ ਪਵੇਗਾ ਨਾ, ਪੜਨ ਦੀ ਆਦਤ ਪਾਣੀ ਪਵੇਗੀ ਕਿ ਡੇਲੀ ਮੈਂ ਜ਼ਿਆਦਾ ਨਹੀਂ ਤੇ 1 ਜਾਂ 2 ਜਾਂ 3 ਪੰਕਤੀਆਂ ਯਾਦ ਕਰਨੀਆਂ ਨੇ ਘੱਟ ਤੋਂ ਘੱਟ। ਤੇ ਜੇ ਇਸ ਆਦਤ ਨੂੰ ਕੰਟੀਨਿਊ ਕਰ ਲੋਗੇ ਤਾਂ ਹੌਲੇ ਹੌਲੇ ਜਪਜੀ ਸਾਹਿਬ ਯਾਦ ਹੋ ਜਾਏਗਾ। ਜੇ 1 ਪੌੜੀ ਯਾਦ ਕਰੋਗੇ ਡੇਲੀ ਤਾਂ 38 ਦਿਨਾਂ ਚ ਹੋ ਜਾਏਗਾ, 40 ਦਿਨਾਂ ਚ ਹੋ ਜਾਏਗਾ, 2 ਮਹੀਨੇ ਚ ਹੋ ਜਾਏਗਾ। ਤੇ ਜੇ ਪੜਨ ਵਾਲੀ ਆਦਤ ਪਾਵੇ ਹੀ ਨਾ ਕਿ ਕੱਲ ਨੂੰ ਕਰ ਲਾਂਗੇ, ਪਰਸੋਂ ਨੂੰ ਕਰ ਲਾਂਗੇ, ਤਾਂ ਕਦੇ ਵੀ ਯਾਦ ਨਹੀਂ ਹੋਏਗਾ। ਇਸ ਲਈ ਮਨ ਨੂੰ ਸਾਧਨਾ ਹੈ। ਮਨ ਨੂੰ ਸਾਧਨ ਦੇ ਨਾਲ ਸਫਲਤਾ ਮਿਲੇਗੀ, ਚਾਹੇ ਉਹ ਕੋਈ ਵੀ ਸਫਲਤਾ ਹੈ। ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਏ। ਮਨ ਹੀ ਮਨ ਸਿਉ ਦਾ ਮਤਲਬ ਸਿਰਫ ਮਨ ਨਾਲ ਹੀ, ਨਿਰੋਲ ਮਨ ਦੇ ਨਾਲ, ਨਿਰੋਲ ਮਨ ਦੇ ਨਾਲ। ਕਬੀਰ ਜੀ ਆਖਦੇ ਨੇ ਕਿ ਜੀਵ ਦਾ ਅਸਲ ਕੰਮ ਨਿਰੋਲ ਮਨ ਦੇ ਨਾਲ ਹੈ। ਮਨਸਾ ਮਿਲਿਆ ਨਾ ਕੋਏ, ਮਨ ਵਰਗਾ ਹੋਰ ਕੋਈ ਐਸ ਜੀਵ ਨੂੰ ਨਹੀਂ ਮਿਲਿਆ ਜਿਹਦੇ ਨਾਲ ਬੰਦੇ ਦਾ ਵਾਹ ਪੈਂਦਾ ਹੋਏ। ਮਨ ਵਰਗਾ ਹੋਰ ਕੋਈ ਨਹੀਂ ਹੈ। ਸਾਡਾ ਵਾਹ ਸਾਡੇ ਮਨ ਦੇ ਨਾਲ ਪੈਂਦਾ ਹੈ। ਮਨ ਵਰਗਾ ਹੋਰ ਕੋਈ ਨਹੀਂ ਹੈ ਕਿ ਜਿਹੜਾ ਤੁਹਾਨੂੰ ਸਫਲ ਕਰ ਸਕੇ ਜਾਂ ਮੈਨੂੰ ਸਫਲ ਕਰ ਸਕੇ। ਜੇ ਮੰਨ ਲਓ ਮੇਰੇ ਅੰਦਰ ਕੁਝ ਮਾੜੀਆਂ ਆਦਤਾਂ ਨੇ ਤਾਂ ਤੁਸੀਂ ਸਿਰਫ ਮੈਨੂੰ ਸਲਾਹ ਦੇ ਸਕਦੇ ਹੋ ਕਿ ਵੀਰ ਜੀ ਇਹ ਜਿਹੜੀ ਤੁਹਾਡੀ ਆਦਤ ਹੈ ਠੀਕ ਨਹੀਂ, ਜੇ ਤੁਸੀਂ ਇਸ ਆਦਤ ਨੂੰ ਬਦਲ ਲਓ ਤੇ ਤੁਹਾਡੇ ਅੰਦਰ ਇਹ ਚੰਗੀ ਆਦਤ ਡਿਵੈਲਪ ਹੋ ਜਾਏ ਤਾਂ ਤੁਸੀਂ ਮਹਾਨ ਹੋ ਸਕਦੇ ਹੋ। ਤੁਸੀਂ ਸਲਾਹ ਦੇ ਸਕਦੇ ਹੋ ਸਿਰਫ, ਲੇਕਿਨ ਵਾਹ ਤੇ ਮੇਰਾ ਮਨ ਨਾਲ ਪੈਣਾ ਹੈ। ਆਦਤਾਂ ਤੇ ਮੇਰੇ ਮਨ ਨੇ ਬਦਲਦੀਆਂ ਨੇ। ਮੈਂ ਤੁਹਾਨੂੰ ਕੋਈ ਚੰਗੀ ਸਲਾਹ ਦੇ ਸਕਦਾ ਕਿ ਵੀਰ ਜਾਂ ਭੈਣ ਤੁਸੀਂ ਇੱਥੇ ਗਲਤ ਹੋ, ਜੇ ਤੁਸੀਂ ਆਪਣੀ ਇਸ ਗਲਤੀ ਨੂੰ ਸੁਧਾਰ ਕੇ ਇਹ ਗੁਣ ਆਪਣੇ ਅੰਦਰ ਡਿਵੈਲਪ ਕਰ ਲਓ ਤਾਂ ਤੁਸੀਂ ਮਹਾਨ ਵਿਅਕਤੀ ਹੋ ਸਕਦੇ ਹੋ।
ਤਾਂ ਮੈਂ ਤੁਹਾਨੂੰ ਸਿਰਫ ਸਲਾਹ ਦਿੱਤੀ ਹੈ। ਇਸ ਆਦਤ ਨੂੰ ਬਦਲਣ ਵਾਸਤੇ ਵਾਹ ਤੁਹਾਡਾ ਆਪਣੇ ਮਨ ਦੇ ਨਾਲ ਬਹਿਣਾ ਹੈ। ਇਸ ਲਈ ਹਰ ਇਨਸਾਨ ਦਾ ਵਾਹ ਆਪਣੇ ਮਨ ਦੇ ਨਾਲ ਪੈਂਦਾ ਹੈ। ਉਹਦਾ ਮਨ ਹੀ ਉਸ ਬੰਦੇ ਨੂੰ ਚੰਗਾ ਜਾਂ ਉਸ ਬੰਦੇ ਨੂੰ ਮਾੜਾ ਬਣਾ ਦਿੰਦਾ ਹੈ। ਸਾਡਾ ਮਨ ਹੀ ਸਾਨੂੰ ਸਫਲ ਜਾਂ ਸਾਨੂੰ ਅਸਫਲ ਬਣਾ ਦਿੰਦਾ ਹੈ। ਜੈਸੇ ਅਸੀਂ ਵਿਚਾਰ ਆਪਣੇ ਅੰਦਰ ਪੈਦਾ ਕਰਦੇ ਹਾਂ, ਵੈਸੇ ਹੀ ਅਸੀਂ ਹੋ ਜਾਂਦੇ ਹਾਂ। ਮਨੁੱਖ ਹੋਰ ਕੁਝ ਵੀ ਨਹੀਂ ਹੈ, ਇਹਦੇ ਵਿਚਾਰ ਨੇ। ਜੈਸੇ ਵਿਚਾਰ ਪੈਦਾ ਕਰ ਲੈਂਦਾ ਵੈਸਾ ਹੋ ਜਾਂਦਾ। ਆਪਣੇ ਅੰਦਰ ਚੰਗੇ ਵਿਚਾਰ ਪੈਦਾ ਕਰ ਲਓ, ਤੁਸੀਂ ਚੰਗੇ ਹੋ ਜਾਓਗੇ। ਮਾੜੇ ਵਿਚਾਰ ਪੈਦਾ ਕਰ ਲਓ, ਮਾੜੇ ਹੋ ਜਾਓਗੇ। ਸੱਚ ਬੋਲਣਾ ਸ਼ੁਰੂ ਕਰ ਲਓ, ਤੁਸੀਂ ਸੱਚੇ ਇਨਸਾਨ ਹੋ ਜਾਓਗੇ। ਝੂਠ ਬੋਲਣਾ ਸ਼ੁਰੂ ਕਰ ਲਓ, ਝੂਠੇ ਹੋ ਜਾਓਗੇ। ਆਲਸ ਕਰਨਾ ਸ਼ੁਰੂ ਕਰ ਦਿਓ, ਤੁਸੀਂ ਆਲਸੀ ਹੋ ਜਾਓਗੇ। ਉਦਮ ਦੀ ਆਪਣੇ ਮਨ ਨੂੰ ਆਦਤ ਪਾ ਲਓ, ਤੁਸੀਂ ਉਦਮੀ ਹੋ ਜਾਓਗੇ। ਇਸ ਲਈ ਮਨ ਦੇ ਨਾਲ ਹੀ ਹੈ ਨਾ ਵਾ। ਪਰ ਬਦਕਿਸਮਤੀ ਦੇ ਨਾਲ ਬੰਦੇ ਨੇ ਇਸ ਚੀਜ਼ ਨੂੰ ਸਮਝਿਆ ਨਹੀਂ। ਜਿਨ੍ਹਾਂ ਨੇ ਸਮਝਿਆ ਹੈ ਉਹਨਾਂ ਨੇ ਆਪਣੇ ਮਨ ਨੂੰ ਕੰਟਰੋਲ ਕੀਤਾ ਹੈ। ਉਹਨਾਂ ਨੇ ਮਹਾਨ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਉਹ ਸੁਖ ਸ਼ਾਂਤੀ ਆਨੰਦ ਖੇੜਾ ਔਰ ਪ੍ਰਸੰਨਤਾ ਵੀ ਮਾਣਦੇ ਨੇ। ਇਸ ਲਈ ਕਬੀਰ ਜੀ ਕਹਿੰਦੇ ਨੇ ਸਿਰਫ ਨਿਰੋਲ ਮਨ ਦੇ ਨਾਲ ਹੀ ਮਨੁੱਖ ਦਾ ਵਾਹ ਪੈਂਦਾ ਹੈ। ਮਨ ਦੇ ਨਾਲ ਹੀ ਇਹਦਾ ਮੇਨ ਕੰਮ ਹੈ। ਮਨ ਨੂੰ ਹੀ ਕਬੀਰ ਜੀ ਕਹਿ ਰਹੇ। ਤੇ ਫਿਰ ਅੱਗੇ ਹੁਣ ਸਮਝਾ ਰਹੇ ਨੇ ਮਨ ਦੀਆਂ ਜੋ ਸ਼ਕਤੀਆਂ ਨੇ, ਮਨ ਦਾ ਜੋ ਰੂਪਾਂਤਰਣ ਹੁੰਦਾ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ। ਸ਼ਕਤੀ ਦਾ ਮਤਲਬ ਮਾਇਆ ਤੇ ਸ਼ਿਓ ਦਾ ਮਤਲਬ ਹੈ ਸ਼ਿਵ, ਯਾਨੀ ਅਨੰਦ ਸਰੂਪ ਪ੍ਰਭੂ, ਕਲਿਆਣਕਾਰੀ ਰੱਬ, ਅਕਾਲ ਪੁਰਖ। ਇਹ ਮਨ ਸ਼ਕਤੀ, ਇਹ ਮਨ ਸੀਓ। ਜਦੋਂ ਇਹ ਮਨ ਮਾਇਆ ਦੇ ਨਾਲ ਮਿਲਦਾ ਹੈ ਤੇ ਇਹ ਮਾਇਆ ਦਾ ਰੂਪ ਹੋ ਜਾਂਦਾ ਹੈ, ਤੇ ਜਦੋਂ ਇਹ ਮਨ ਰੱਬ ਦੇ ਨਾਲ ਮਿਲਦਾ ਹੈ ਤਾਂ ਰੱਬ ਵਰਗਾ ਹੋ ਜਾਂਦਾ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ। ਸੀਓ ਦਾ ਮਤਲਬ ਕਲਿਆਣਕਾਰੀ ਰੱਬ। ਜਦੋਂ ਇਹ ਮਨ ਮਾਇਆ ਦੇ ਨਾਲ ਮਿਲਦਾ ਹੈ ਉਦੋਂ ਇਹ ਮਾਇਆ ਦਾ ਰੂਪ ਹੋ ਜਾਂਦਾ ਹੈ। ਜਦੋਂ ਇਹ ਰੱਬ ਦੇ ਨਾਲ ਮਿਲਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਪਾਣੀ ਨੂੰ ਲਾਲ ਰੰਗ ਵਿੱਚ ਪਾਓ, ਪਾਣੀ ਲਾਲ। ਪਾਣੀ ਨੂੰ ਹਰੇ ਰੰਗ ਵਿੱਚ ਪਾਓ, ਪਾਣੀ ਹਰਾ। ਪਾਣੀ ਨੂੰ ਛਾਵੇਂ ਰੱਖੋ, ਠੰਡਾ। ਧੁੱਪੇ ਰੱਖੋ, ਗਰਮ। ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਪਾਣੀ ਨੂੰ ਫ੍ਰਿਜ ਵਿੱਚ ਰੱਖ ਕੇ ਉਹਨੂੰ ਬਰਫ਼ ਵਿੱਚ ਬਦਲਣਾ ਚਾਹੁੰਦੇ ਹੋ, ਠੰਡਾ ਕਰਨਾ ਚਾਹੁੰਦੇ ਹੋ, ਜਾਂ ਅੱਗ ਤੇ ਰੱਖ ਕੇ ਉਹਨੂੰ ਉਬਾਲਣਾ ਚਾਹੁੰਦੇ ਹੋ। ਮਰਜ਼ੀ ਤੁਹਾਡੀ ਹੈ। ਇਹ ਮਨ ਮਾਇਆ ਦਾ ਰੂਪ ਵੀ ਹੋ ਜਾਏਗਾ, ਇਹ ਮਨ ਰੱਬ ਦਾ ਰੂਪ ਵੀ ਹੋ ਜਾਏਗਾ। ਮਰਜ਼ੀ ਤੁਹਾਡੀ ਹੈ। ਇੱਕ ਪਲ ਵਿੱਚ ਹੋ ਜਾਏ, ਕਿਉਂਕਿ ਇਹਦੀ ਆਪਣੀ ਤਾਕਤ ਡਿਪੈਂਡ ਸਾਡੇ ਤੇ ਕਰੇਗਾ। ਮੰਨ ਲਓ ਤੁਹਾਡੇ ਕੋਲ ਕਾਰ ਹੈ, ਤੁਸੀਂ ਉਸ ਕਾਰ ਨੂੰ ਪੂਰਬ ਦਿਸ਼ਾ ਵਿੱਚ ਚਲਾਓਗੇ, ਚੜ੍ਹਦੇ ਵੱਲ, ਤਾਂ ਕਾਰ ਚੜ੍ਹਦੇ ਵੱਲ ਪੂਰੀ ਸਪੀਡ ਨਾਲ ਦੌੜੇਗੀ। ਤੇ ਜੇ ਲਹਿੰਦੇ ਵੱਲ, ਪੱਛਮ ਵੱਲ ਦੌੜਾਓਗੇ ਤਾਂ ਕਾਰ ਪੂਰੀ ਸਪੀਡ ਨਾਲ ਦੌੜੇਗੀ, ਕਿਉਂਕਿ ਕਾਰ ਦੀ ਆਪਣੀ ਪਾਵਰ ਹੈ। ਇਹ ਹੁਣ ਡਰਾਈਵਰ ਦੇ ਉੱਤੇ ਡਿਪੈਂਡ ਕਰੇਗਾ ਕਿ ਉਹ ਪੂਰਬ ਵੱਲ ਜਾਣਾ ਚਾਹੁੰਦਾ ਹੈ ਕਿ ਪੱਛਮ ਵੱਲ, ਚੜ੍ਹਦੇ ਵੱਲ ਜਾਂ ਲਹਿੰਦੇ ਵੱਲ। ਮਨ ਦੀ ਪੂਰੀ ਤਾਕਤ ਹੈ। ਇੱਕ ਪਲ ਦੇ ਵਿੱਚ ਹੀ ਇਹ ਮਾਇਆ ਦਾ ਰੂਪ ਹੋ ਜਾਂਦਾ ਹੈ, ਇੱਕ ਪਲ ਵਿੱਚ ਹੀ ਰੱਬ ਦਾ ਰੂਪ ਹੋ ਜਾਂਦਾ ਹੈ। ਹੁਣ ਇਹ ਡਿਪੈਂਡ ਕਰੇਗਾ ਬੰਦੇ ਤੇ ਕਿ ਉਹ ਇਹਨੂੰ ਕੀ ਕਰਨਾ ਚਾਹੁੰਦਾ ਹੈ, ਮਾਇਆ ਦਾ ਰੂਪ ਬਣਾਉਣਾ ਚਾਹੁੰਦਾ ਹੈ ਜਾਂ ਰੱਬ ਦਾ ਰੂਪ। ਦੋ ਟੱਬਾਂ ਦੇ ਵਿੱਚ ਰੰਗ ਪਿਆ ਹੋਇਆ ਹੈ, ਇੱਕ ਵਿੱਚ ਲਾਲ, ਇੱਕ ਵਿੱਚ ਹਰਾ। ਪਾਣੀ ਨੂੰ ਲਾਲ ਰੰਗ ਵਿੱਚ ਪਾਓਗੇ ਤਾਂ ਉਹ 1 ਮਿੰਟ ਦੇ ਵਿੱਚ ਲਾਲ ਹੋ ਜਾਏਗਾ। ਹਰੇ ਵਿੱਚ ਪਾਓਗੇ ਤਾਂ ਇੱਕ ਪਲ ਦੇ ਵਿੱਚ ਹਰਾ ਹੋ ਜਾਏਗਾ। ਇੱਕ ਪਲ ਹੀ ਲੱਗਾ ਨਾ। ਇਹ ਹੁਣ ਡਿਪੈਂਡ ਕਰਦਾ ਹੈ ਕਿ ਬੰਦਾ ਕਿਸ ਟੱਬ ਦੇ ਵਿੱਚ ਪਾਏਗਾ, ਕਿਸ ਰੰਗ ਦੇ ਵਿੱਚ ਪਾਏਗਾ। ਐਵੇਂ ਮਨ ਨੂੰ ਜੇ ਮਾਇਆ ਨਾਲ ਮਿਲਾਓਗੇ, ਇੱਕ ਪਲ ਦੇ ਵਿੱਚ ਇਹ ਮਾਇਆ ਦਾ ਰੂਪ ਹੋ ਜਾਏਗਾ। ਰੱਬ ਵਿੱਚ ਮਿਲਾਓਗੇ, ਇੱਕ ਪਲ ਵਿੱਚ ਰੱਬ ਦਾ ਰੂਪ ਹੋ ਜਾਏਗਾ। ਹੁਣ ਇਹ ਚੀਜ਼ ਨੂੰ ਥੋੜਾ ਹੋਰ ਸਮਝ ਲਈਏ। ਮਾਇਆ ਨੂੰ ਆਪ ਸਮਝਦੇ ਹੋ, ਇੱਕ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਨਹੀਂ ਵੇਖਣ ਦਿੰਦੀ, ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ, ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜਦੋਂ ਇਸ ਸੋਚ ਵਿੱਚ ਮਿਲਾਓਗੇ ਤੇ ਮਨ ਦੀ ਸੋਚ ਐਸੀ ਬਣ ਜਾਏਗੀ। ਤੇ ਜੇ ਸਤ ਸੰਤੋਖ ਦਇਆ ਧਰਮ ਵਾਲੀ ਬਣਾਓਗੇ ਤੇ ਮਨ ਦੀ ਸੋਚ ਉਵੇਂ ਦੀ ਬਣ ਜਾਏਗੀ। ਡਿਪੈਂਡ ਸਾਡੇ ਤੇ ਕਰਦਾ ਹੈ। ਇੰਨੀ ਪਾਵਰ ਹੈ ਮਨ ਵਿੱਚ, ਇੰਨਾ ਕੀਮਤੀ ਹੈ ਮਨ। ਇਹ ਮਨ ਪੰਜ ਤੱਤ ਕੋ ਜੀਓ। ਪੰਜ ਤੱਤ ਕੋ ਜੀਓ ਦਾ ਮਤਲਬ ਪੰਜਾਂ ਤੱਤਾਂ ਦਾ ਜੀਵ, ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ। ਯਾਨੀ ਜਦੋਂ ਇਹ ਮਨ ਸਰੀਰ ਦੇ ਨਾਲ ਜੁੜਦਾ ਹੈ ਤਾਂ ਉਹ ਇਹ ਸਰੀਰ ਦਾ ਹੀ ਰੂਪ ਹੋ ਜਾਂਦਾ ਹੈ, ਆਪਣੇ ਆਪ ਨੂੰ ਸਰੀਰ ਹੀ ਸਮਝ ਲੈਂਦਾ ਹੈ।
ਤੇ ਫਿਰ ਇਹ ਸਰੀਰ ਦੇ ਖਾਣ ਪੀਣ ਦੇ ਆਰ ਵਿੱਚ ਹੀ ਲੱਗ ਜਾਂਦਾ ਹੈ। ਫਿਰ ਇਹਦੀ ਜ਼ਿੰਦਗੀ ਦਾ ਏਮ ਜਿਹੜਾ ਹੈ ਖਾਣਾ ਪੀਣਾ ਹੀ ਹੋ ਜਾਂਦਾ ਹੈ, ਵਿਸ਼ੇ ਵਿਕਾਰ ਹੀ ਹੋ ਜਾਂਦਾ ਹੈ। ਗਿਆਨ ਇੰਦਰੀਆਂ ਦੇ ਨਾਲ ਫਿਰ ਮਾੜੇ ਕਰਮ ਕਰਨੇ, ਮਾੜਾ ਚੀਜ਼ ਵੇਖਣਾ, ਮਾੜਾ ਸੋਚਣਾ, ਇਹ ਉਵੇਂ ਦਾ ਹੀ ਹੋ ਜਾਂਦਾ ਹੈ। ਇਹ ਜਿੰਦ ਜਾਨ ਬਣ ਜਾਂਦਾ ਹੈ ਸਰੀਰ ਦੀ। ਸਰੀਰ ਵਾਸਤੇ ਹੀ ਸਾਰਾ ਕੁਝ ਕਰੀ ਜਾਂਦਾ, ਸਰੀਰ ਨੂੰ ਹੀ ਆਪਣਾ ਆਪਾ ਸਮਝ ਲੈਂਦਾ ਹੈ, ਸਰੀਰਕ ਰਸਾਂ ਭੋਗਾਂ ਨੂੰ ਹੀ ਆਪਣੀ ਜ਼ਿੰਦਗੀ ਦਾ ਗੋਲ ਸਮਝ ਲੈਂਦਾ ਹੈ। ਜੇ ਸਰੀਰ ਨਾਲ ਜੋੜੋਗੇ ਤੇ ਜੇ ਇਸ ਤੋਂ ਉੱਚੀ ਸੋਚ ਕਰੋਗੇ ਤੇ ਉੱਚੀ ਸੋਚ ਵੀ ਪੈਦਾ ਕਰ ਦੇਗਾ। ਇਹ ਮਨ ਲੈ ਜੋ ਉਨ ਮਨ ਰਹਿ, ਲੈ ਦਾ ਮਤਲਬ ਲੈ ਕੇ ਯਾਨੀ ਵਸ ਵਿੱਚ ਕਰਕੇ, ਇਹ ਮਨ ਲੈ ਦਾ ਮਤਲਬ ਇਸ ਮਨ ਨੂੰ ਵਸ ਵਿੱਚ ਕਰਕੇ, ਜੋ ਦਾ ਮਤਲਬ ਜਦੋਂ, ਉਨਮਨ ਦਾ ਮਤਲਬ ਉਨ ਮਨ ਵਿੱਚ, ਖਿੜਾਓ ਵਿੱਚ, ਗਿਆਨ ਦੀ ਅਵਸਥਾ ਵਿੱਚ। ਇਹ ਮਨ ਲੈ ਜੋ ਉਨ ਮਨ ਰਹਿ, ਕਿ ਇਸ ਮਨ ਨੂੰ ਪ੍ਰਾਪਤ ਕਰਕੇ ਵਸ ਵਿੱਚ ਕਰਕੇ ਜਦੋਂ ਬੰਦਾ ਪੂਰਨ ਖਿੜਾਵ ਦੇ ਵਿੱਚ ਆਉਂਦਾ ਹੈ, ਜਦੋਂ ਬੰਦਾ ਪੂਰਨ ਖਿੜਾਵ ਦੇ ਵਿੱਚ ਆਉਂਦਾ ਹੈ ਇਸ ਮਨ ਨੂੰ ਪ੍ਰਾਪਤ ਕਰਕੇ, ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾतें ਕਹੇ। ਜਦੋਂ ਇਹ ਪੂਰਨ ਖਿੜਾਵ ਵਿੱਚ ਆਉਂਦਾ ਨਾ, ਗਿਆਨ ਦੀ ਅਵਸਥਾ ਵਿੱਚ, ਨੀਵੀਂ ਸੋਚ ਤੋਂ ਜਦੋਂ ਆਪਣੀ ਉੱਚੀ ਸੋਚ ਵਿੱਚ ਪੈ ਜਾਂਦਾ ਹੈ, ਉਹਨੂੰ ਕਹਿੰਦੇ ਨੇ ਉਨਮਨੀ ਅਵਸਥਾ, ਗਿਆਨ ਦੀ ਅਵਸਥਾ, ਜਿੱਥੇ ਬੰਦੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਚੀਜ਼ ਠੀਕ ਕੀ ਹੈ, ਗਲਤ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਪੁੰਨ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਬੁਰਾ ਕੀ ਹੈ, ਭਲਾ ਕੀ ਹੈ। ਜਦੋਂ ਇਹਨਾਂ ਚੀਜ਼ਾਂ ਨੂੰ ਪਛਾਣਨ ਵਾਲੀ ਅਵਸਥਾ ਗਿਆਨ ਦੇ ਵਿੱਚ ਪਹੁੰਚਦਾ ਹੈ, ਵਿਵੇਕ ਬੁੱਧ, ਕਾਮਨ ਸੈਂਸ ਨੂੰ ਮਿਲਦੀ ਹੈ, ਪੂਰਨ ਖਿੜਾਵ ਦੀ ਅਵਸਥਾ ਦੇ ਵਿੱਚ ਹੁੰਦਾ ਹੈ, ਜਿੱਥੇ ਸਿਰਫ ਖੇੜਾ ਹੀ ਖੇੜਾ ਹੈ, ਜਿੱਥੇ ਚਾਰ ਚਫੇਰੇ ਇਹਨੂੰ ਸਾਰਾ ਕੁਝ ਆਨੰਦ ਹੀ ਆਨੰਦ ਦਿਸਦਾ ਹੈ, ਪੂਰਨ ਖਿੜਾਵ ਦੇ ਵਿੱਚ ਹੈ। ਤਾਂ ਤੀਨ ਲੋਕ ਕੀ ਬਾतें ਕਹੇ, ਤੋ ਦਾ ਮਤਲਬ ਤਦੋਂ, ਤੀਨ ਲੋਕ ਕੀ ਦਾ ਮਤਲਬ ਜੋ ਤਿੰਨਾਂ ਲੋਕਾਂ ਦੇ ਅੰਦਰ ਵਿਆਪਕ ਰੱਬ ਹੈ। ਬਾतें ਦਾ ਮਤਲਬ ਬਾਤਾਂ, ਗੱਲਾਂ, ਕਹਿ ਦਾ ਮਤਲਬ ਆਖਦਾ ਹੈ। ਫਿਰ ਉਸ ਸਾਰੇ ਜਗਤ ਦੇ ਅੰਦਰ ਵਿਆਪਕ ਪ੍ਰਭੂ ਦੀਆਂ ਗੱਲਾਂ ਇਹ ਕਰਦਾ ਹੈ, ਯਾਨੀ ਯੂਨੀਵਰਸਲ ਟਰੁੱਥ ਦੀ ਗੱਲ ਕਰਦਾ ਹੈ। ਫਿਰ ਸਿਫਤ ਸਲਾਹ ਦੀਆਂ ਗੱਲਾਂ ਕਰਦਾ ਹੈ। ਜਦੋਂ ਗਿਆਨ ਦੀ ਅਵਸਥਾ ਵਿੱਚ ਪਹੁੰਚਦਾ ਹੈ ਨਾ, ਤਾਂ ਫਿਰ ਤਿੰਨਾਂ ਲੋਕਾਂ ਦੇ ਅੰਦਰ ਯਾਨੀ ਪੂਰੀ ਦੁਨੀਆ ਵਿੱਚ ਜੋ ਵਿਆਪਕ ਪ੍ਰਭੂ ਹੈ, ਫਿਰ ਉਹਦੀਆਂ ਗੱਲਾਂ ਕਰਦਾ ਹੈ, ਸਿਫਤ ਸਲਾਹ ਦੀਆਂ ਗੱਲਾਂ ਕਰਦਾ ਹੈ, ਬ੍ਰਹਿਮੰਡੀ ਸੱਚ ਦੀਆਂ ਗੱਲਾਂ ਕਰਦਾ ਹੈ, ਫਿਰ ਰੱਬੀ ਰਜਾ ਦੀਆਂ ਗੱਲਾਂ ਕਰਦਾ ਹੈ, ਫਿਰ ਭਾਣੇ ਦੀਆਂ ਗੱਲਾਂ ਕਰਦਾ ਹੈ, ਫਿਰ ਸਿਸਟਮ ਦੀਆਂ ਗੱਲਾਂ ਕਰਦਾ ਹੈ, ਫਿਰ ਕੁਦਰਤ ਦੇ ਨਿਯਮਾਂ ਦੀਆਂ ਗੱਲਾਂ ਕਰਦਾ ਹੈ, ਫਿਰ ਪੌਣ ਪਾਣੀ ਬੈਸੰਤਰ ਜੋ ਹੈ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਫਿਰ ਉਥੋਂ ਤੱਕ ਦੀਆਂ ਅਵਸਥਾ ਦੀਆਂ ਗੱਲਾਂ ਕਰਦਾ ਹੈ। ਫਿਰ ਇਹਦੀ ਸੋਚ ਇੰਨੀ ਵੱਡੀ ਹੋ ਜਾਂਦੀ। ਤਾਂ ਦੇਖੋ ਹੁਣ ਇਹ ਮਨ ਹੀ ਸਾਡੀ ਮੇਨ ਚੀਜ਼ ਹੈ, ਇਹਦੇ ਨਾਲ ਹੀ ਸਾਡਾ ਵਾਹ ਹੈ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਮਨ ਨੂੰ ਕਿੱਧਰ ਲੈ ਕੇ ਜਾਣਾ। ਵੈਸੇ ਹੀ ਬੰਦਾ ਹੋ ਜਾਂਦਾ ਹੈ ਜੈਸਾ ਬੰਦਾ ਚਾਹੇਗਾ। ਤਾਂ ਸਾਡੇ ਕੋਲ ਏਡਾ ਵੱਡਾ ਗਿਆਨ ਦਾ ਖਜ਼ਾਨਾ ਹੈ, ਤਾਂ ਜੇ ਅਸੀਂ ਆਪਣੇ ਮਨ ਨੂੰ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਜੋੜ ਲਈਏ, ਇੱਕ ਓੰਕਾਰ ਤੋਂ ਲੈ ਕੇ ਜੋ ਗੁਰਪ੍ਰਸਾਦ ਤੱਕ ਰੱਬੀ ਗੁਣ ਨੇ, ਜੇ ਅਸੀਂ ਉਹਨਾਂ ਗੁਣਾਂ ਦੇ ਨਾਲ ਆਪਣੇ ਮਨ ਨੂੰ ਜੋੜ ਲਈਏ, ਤਾਂ ਵਾਸਤਵ ਦੇ ਅੰਦਰ ਹੀ ਐਸਾ ਹੋ ਸਕਦਾ ਹੈ, ਪੋਸੀਬਿਲਿਟੀ ਹੈ। ਗੁਰੂ ਜੀ ਗਾਰੰਟੀ ਦੇ ਰਹੇ ਨੇ ਔਰ ਇਹ ਹਕੀਕਤ ਹੈ, ਇੱਕ ਸੱਚਾਈ ਹੈ, ਬ੍ਰਹਿਮੰਡੀ ਸੱਚ ਹੈ, ਮਨੋਵਿਗਿਆਨਿਕ ਤੱਥ ਨੇ, ਇਹਨਾਂ ਚੀਜ਼ਾਂ ਨੂੰ ਨਕਾਰਿਆ ਨਹੀਂ ਜਾ ਸਕਦਾ, ਬਿਲਕੁਲ ਸੱਚ ਹੈ ਇਹ। ਤਾਂ ਸਾਨੂੰ ਐਸਾ ਕਰਨਾ ਚਾਹੀਦਾ ਹੈ, ਸਾਨੂੰ ਆਪਣੇ ਆਪ ਵੱਲ ਵੇਖਣਾ ਚਾਹੀਦਾ ਹੈ ਕਿ ਸਾਡਾ ਮਨ ਕਿੱਧਰ ਜਾ ਰਿਹਾ ਹੈ। ਜੇ ਗਿਰਾਵਟ ਵਾਲੇ ਤਾਂ ਰੋਕ ਦੇਣਾ ਚਾਹੀਦਾ ਹੈ, ਸਿਰਫ ਆਪਣੇ ਅੰਦਰ ਪੋਜ਼ਿਟਿਵ ਵਿਚਾਰ ਲੈ ਕੇ ਜਾਣੇ ਚਾਹੀਦੇ ਹੈ। ਯਈਆ ਜੋ ਜਾਣ ਹੈ ਤੋ ਦੁਰਮਤ ਹਨ, ਪਰ ਬਸ ਕਾਇਆ ਗਾਓ। ਇਹ ਪੰਕਤੀ ਦਾ ਪਾਠ ਥੋੜਾ ਜਿਹਾ ਧਿਆਨ ਦੇ ਨਾਲ ਕਰਨਾ ਹੈ, ਕਿਉਂਕਿ ਇੱਥੇ ਪਾਠੀ ਵੀਰ ਥੋੜੀ ਜਿਹੀ ਗਲਤੀ ਕਰ ਰਹੇ ਨੇ। ਉਹ ਵਿਸ਼ਰਾਮ ਐਵੇਂ ਲਗਾ ਰਹੇ ਨੇ, ਯਈਆ ਜੋ ਜਾਣੇ ਤੋ ਦੁਰਮਤ ਹਨ ਕਰ, ਬਸ ਕਾਇਆ ਗਾਓ। ਵਿਸ਼ਰਾਮ ਕਰ ਤੇ ਲਗਾ ਰਹੇ ਨੇ, ਲੇਕਿਨ ਕਰ ਤੇ ਨਹੀਂ ਲਗਾਣਾ ਵਿਸ਼ਰਾਮ। ਇਹਦਾ ਪਾਠ ਧਿਆਨ ਨਾਲ ਸੁਣਿਓ। ਯਈਆ ਤੇ ਥੋੜਾ ਜਿਹਾ ਰੁਕਣਾ ਹੈ। ਯਈਆ ਜੋ ਜਾਣੇ ਹੈ ਤੋ ਦੁਰਮਤ ਹਨ, ਇੱਥੇ ਵਿਸਰਾਮ ਲਗਾਣਾ ਹੈ। ਤੋ ਦੁਰਮਤ ਹਨ ਕਰ ਬਸ ਕਾਇਆ ਗਾਉ। ਕਰ ਬਸ ਦਾ ਮਤਲਬ ਵਸ ਵਿੱਚ ਕਰ, ਜੋ ਦਾ ਮਤਲਬ ਜੇ, ਜਾਣੇ ਦਾ ਮਤਲਬ ਤੂੰ ਸਮਝਣਾ ਚਾਹੇ,
ਜੇ ਜੀਵਨ ਦਾ ਸਹੀ ਰਾਸਤਾ ਜਾਣਨਾ ਚਾਹੁੰਦਾ ਹੈ ਤਾਂ ਉਹਦਾ ਮਤਲਬ ਤਾਂ ਦੁਰਮਤ ਹਨ, ਹਨ ਦਾ ਮਤਲਬ ਨਾਸ ਕਰ, ਦੁਰਮਤ ਦਾ ਮਤਲਬ ਭੈੜੀ ਮਤ। ਜੇ ਤੂੰ ਜੀਵਨ ਦੀ ਅਸਲੀਅਤ ਨੂੰ, ਜੀਵਨ ਦੇ ਸਹੀ ਰਾਸਤੇ ਨੂੰ ਜਾਣਨਾ ਚਾਹੁੰਦਾ ਹੈ ਤਾਂ ਦੁਰਮਤ ਹਨ, ਭੈੜੀ ਮਤ ਦਾ ਨਾਸ ਕਰ। ਦੁਰਮਤ ਹਨ, ਇਹਨੂੰ ਖਤਮ ਕਰ। ਕਰ ਬਸ ਕਾਇਆ ਗਾਓ, ਬਸ ਦਾ ਮਤਲਬ ਵਸ ਵਿੱਚ ਲਿਆ, ਕੰਟਰੋਲ ਕਰ। ਕਾਇਆ ਦਾ ਮਤਲਬ ਸਰੀਰ, ਗਾਉਂ, ਗਾਉਂ ਦਾ ਮਤਲਬ ਪਿੰਡ। ਜੇ ਤੂੰ ਜੀਵਨ ਦਾ ਸਹੀ ਰਾਸਤਾ ਜਾਣਨਾ ਚਾਹੁੰਦਾ ਹੈ ਤਾਂ ਆਪਣੀ ਭੈੜੀ ਮਤ ਨੂੰ ਮੁਕਾ ਦੇ ਤੇ ਸਰੀਰ ਰੂਪ ਪਿੰਡ ਨੂੰ ਆਪਣੇ ਵਸ ਵਿੱਚ ਕਰ। ਸਰੀਰ ਪਿੰਡ ਨੂੰ ਵਸ ਵਿੱਚ ਕਰਨ ਦਾ ਮਤਲਬ ਕਿ ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰ। ਅੱਖਾਂ ਨੂੰ ਕਿਸੇ ਮਾੜੀ ਨਜ਼ਰ ਦੇ ਨਾਲ ਕਿਸੇ ਵੱਲ ਨਾ ਤੱਕ, ਪਰਤਰੇ ਪਰਤਨ ਰੂਪ ਨੂੰ ਮਾੜੀ ਨਜ਼ਰ ਨਾਲ ਨਾ ਤੱਕ। ਕੰਨਾਂ ਦੇ ਉੱਤੇ ਕੰਟਰੋਲ ਕਰ, ਨਿੰਦਾ ਚੁਗਲੀ ਨਾ ਕਰ। ਆਪਣੀ ਜ਼ਬਾਨ ਤੇ ਕੰਟਰੋਲ ਕਰ, ਕੌੜੇ ਬੋਲ, ਝੂਠੇ ਈਰਸ਼ਾ ਵਾਲੇ ਬੋਲ ਨਾ ਬੋਲ। ਹੱਥਾਂ ਤੇ ਕੰਟਰੋਲ ਕਰ, ਬੇਗਾਨਾ ਹੱਕ ਨਾ ਖਾ। ਪੈਰਾਂ ਤੇ ਕੰਟਰੋਲ ਕਰ, ਮਾੜੇ ਪਾਸੇ ਨਾ ਜਾ। ਇਸ ਪਿੰਡ ਨੂੰ ਵਸ ਵਿੱਚ ਕਰ ਔਰ ਖੋਟੀ ਮਤ ਨੂੰ ਖਤਮ ਕਰ। ਜੇ ਜੀਵਨ ਦੇ ਸਹੀ ਰਾਸਤੇ ਨੂੰ ਜਾਣਨਾ ਚਾਹੁੰਦਾ ਹੈ ਤਾਂ ਜੀਵਨ ਦੇ ਸਹੀ ਰਾਸਤੇ ਦੀ ਸਮਝ ਤਾਂ ਆਏਗੀ ਜੇ ਬੰਦਾ ਸਭ ਤੋਂ ਪਹਿਲਾਂ ਆਪਣੀ ਖੋਟੀ ਮਤ ਨੂੰ ਖਤਮ ਕਰੇਗਾ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਰਣ ਦਾ ਮਤਲਬ ਰਣ ਵਿੱਚ, ਯੁੱਧ ਵਿੱਚ। ਰੂਤੋ ਦਾ ਮਤਲਬ ਰੁੱਝਿਆ ਹੋਇਆ, ਜਿਹੜਾ ਜੰਗ ਦੇ ਵਿੱਚ ਰੁੱਝਿਆ ਹੋਇਆ ਹੈ, ਜੰਗ ਲੜਨ ਵਿੱਚ ਲੱਗਾ ਹੋਇਆ ਹੈ। ਸੂਰੋ ਦਾ ਮਤਲਬ ਸੂਰਮਾ, ਥਾਰੋ ਦਾ ਮਤਲਬ ਤੇਰਾ। ਕਿ ਇਹ ਸਰੀਰ ਵਿੱਚ ਵਸ ਨੂੰ ਲਿਆਉਣਾ ਮਾਨੋ ਇੱਕ ਯੁੱਧ ਹੈ, ਇੱਕ ਜੰਗ ਹੈ। ਇਹਨਾਂ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰਨਾ ਇੱਕ ਜੰਗ ਹੈ। ਜੇ ਤੂੰ ਇਸ ਯੁੱਧ ਵਿੱਚ ਰੁੱਝ ਕੇ ਭਾਜੈ ਨਹੀਂ, ਭੱਜੇ ਨਾ, ਹਾਰੇ ਨਾ, ਸੂਰੋ ਥਾਰੋ ਨਾਉ, ਤਾਂ ਤੇਰਾ ਨਾਂ ਸੂਰਮਾ ਹੋ ਸਕਦਾ ਹੈ। ਜੇ ਇਹ ਸਰੀਰ ਵਸ ਨੂੰ ਆਪਣੇ ਵਸ ਵਿੱਚ ਕਰਨ ਲਈ ਮੀਨਸ ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਨਾ ਮਾਨੋ ਇੱਕ ਜੰਗ ਦੀ ਤਰ੍ਹਾਂ ਹੈ, ਇਹਨਾਂ ਦੇ ਨਾਲ ਲੜਾਈ ਹੈ। ਤੇ ਜੇ ਇਸ ਲੜਾਈ ਦੇ ਵਿੱਚੋਂ ਤੂੰ ਭਾਜ ਖਾ ਕੇ ਭੱਜੇ ਨਾ, ਹਾਰੇ ਨਾ, ਤਾਂ ਤੇਰਾ ਨਾਂ ਸੂਰਮਾ ਹੈ, ਨਹੀਂ ਤੇ ਤੂੰ ਕਾਇਰ ਹੈ। ਜਿਹੜਾ ਬੰਦਾ ਜੰਗ ਦੇ ਵਿੱਚੋਂ ਮੈਦਾਨ ਛੱਡ ਕੇ ਭੱਜ ਜਾਂਦਾ ਹੈ ਉਹਨੂੰ ਕਾਇਰ ਕਿਹਾ ਜਾਂਦਾ ਹੈ ਤੇ ਉਹ ਬੰਦਾ ਫਿਰ ਸਦਾ ਲਈ ਵੈਰੀਆਂ ਦਾ ਗੁਲਾਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਤੂੰ ਇਸ ਜੰਗ ਦੇ ਅੰਦਰੋਂ ਭਾਜ ਖਾ ਕੇ ਭੱਜ ਜਾਏਗਾ ਤਾਂ ਤੂੰ ਕਾਇਰ ਹੋਏਗਾ ਔਰ ਸਾਰੀ ਜ਼ਿੰਦਗੀ ਇਹਨਾਂ ਵਿਸ਼ੇ ਵਿਕਾਰਾਂ ਦਾ ਗੁਲਾਮ ਹੋ ਕੇ ਗੁਲਾਮੀ ਕਰਦਾ ਦੁੱਖ ਭੋਗੇਗਾ। ਇਸ ਲਈ ਸੂਰਮਾ ਬਣ। ਜਾਕੋ ਹਰ ਰੰਗ ਲਾਗੋ ਇਸ ਯੁਗ में ਸੋ ਕਹੀਅਤ ਹੈ ਸੂਰਾ। ਸੂਰਮਾ ਹੈ ਹੀ ਉਹ ਇਸ ਦੁਨੀਆ ਦੇ ਅੰਦਰ, ਜੀਵਨ ਦੇ ਅੰਦਰ, ਜਿਹਦਾ ਸ਼ੁਭ ਗੁਣਾਂ ਦੇ ਨਾਲ ਪਿਆਰ ਪੈ ਗਿਆ ਹੈ, ਰੱਬੀ ਗੁਣਾਂ ਦੇ ਨਾਲ ਜਿਸਨੇ ਪ੍ਰੀਤ ਪਾਈ ਹੈ। ਔਰ ਯਾਦ ਰੱਖਣਾ, ਇਸ ਦੁਨੀਆ ਦੇ ਅੰਦਰ ਮਹਾਨ ਕੁਰਬਾਨੀਆਂ ਵੀ ਉਹਨਾਂ ਨੇ ਕੀਤੀਆਂ ਨੇ ਜਿਨ੍ਹਾਂ ਨੇ ਆਪਣੇ ਗਿਆਨ ਇੰਦਰੀਆਂ ਨੂੰ ਜਿੱਤਣ ਦੇ ਉੱਤੇ ਫਤਿਹ ਹਾਸਲ ਕੀਤੀ ਸੀ। ਜਿੰਨੇ ਵੀ ਸਾਡੇ ਸਿੰਘ ਸ਼ਹੀਦ ਨੇ, ਜਿਨ੍ਹਾਂ ਦਾ ਨਾਮ ਅਸੀਂ ਅਰਦਾਸ ਵਿੱਚ ਰੋਜ਼ ਲੈਂਦੇ ਆ, ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਕੀਤਾ ਸੀ, ਦੁਰਮਤ ਨੂੰ ਖਤਮ ਕੀਤਾ ਸੀ, ਜਿਹੜੇ ਇਸ ਭਾਜ ਵਿੱਚੋਂ ਭੱਜੇ ਨਹੀਂ ਸਨ ਤੇ ਫਿਰ ਉਹ ਮੈਦਾਨੇ ਜੰਗ ਦੇ ਵਿੱਚੋਂ ਵੀ ਨਹੀਂ ਭੱਜੇ। ਚਾਹੇ 40 ਲੱਖ 10 ਲੱਖ ਇੱਕ ਪਾਸੇ ਫੌਜ ਹੈ ਤੇ ਅੰਦਰ 40 ਸਿੰਘ ਨੇ, ਉਹ ਛੱਡ ਕੇ ਫਿਰ ਹਥਿਆਰ ਸੁੱਟ ਕੇ ਭੱਜਦੇ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸਰੀਰ, ਇਹ ਜੀਵਨ ਮਾਨੋ ਇੱਕ ਜੰਗ ਦੀ ਤਰ੍ਹਾਂ ਹੈ। ਇਹਨਾਂ ਵਿਕਾਰਾਂ ਨੂੰ ਵਸ ਦੇ ਵਿੱਚ ਜੇ ਤੂੰ ਕਰ ਲਵੇਂ ਤਾਂ ਤੇਰਾ ਨਾਮ ਸੂਰਮਾ ਹੈ। ਤੇ ਜੇ ਇਸ ਲੜਾਈ ਤੋਂ ਛੱਡ ਕੇ ਭੱਜ ਗਿਆ, ਕਿਸੇ ਦੀ ਨਿੰਦਿਆ ਕਰਨ ਲੱਗ ਗਿਆ, ਤਾਂ ਸਮਝ ਲਓ ਕਾਇਰ ਬਣ ਗਏ, ਅਸੀਂ ਗੁਲਾਮ ਹੋ ਗਏ ਨਿੰਦਾ ਦੇ। ਅਸੀਂ ਝੂਠ ਬੋਲਿਆ ਤਾਂ ਇਹਦਾ ਮਤਲਬ ਅਸੀਂ ਝੂਠ ਦੇ ਗੁਲਾਮ ਆ, ਅਸੀਂ ਸੂਰਮੇ ਨਹੀਂ ਆ। ਅਗਲਾ ਬਚਨ ਕਰਦੇ ਨੇ, ਰਾਰਾ ਰਸ ਨਿਰਸ ਕਰ ਜਾਣਿਆ। ਰਸ ਦਾ ਮਤਲਬ ਸਵਾਦ, ਜਿਹੜੇ ਮਾਇਆ ਦੇ ਚਸਕੇ ਨੇ ਵਿਸ਼ੇ ਵਿਕਾਰਾਂ ਦੇ। ਨਿਰਸ ਦਾ ਮਤਲਬ ਫਿੱਕੇ, ਨਿਰਸ ਕਰ ਦਾ ਮਤਲਬ ਫਿੱਕਾ ਕਰਕੇ, ਬੇਸਵਾਦਾ। ਜਾਣਿਆ ਦਾ ਮਤਲਬ ਸਮਝ ਲਿਆ। ਹੁਣ ਇਹ ਚੀਜ਼ ਨੂੰ ਸਮਝਣ ਲਈ ਨਾ ਅਸੀਂ ਦੇਖੋ ਇੱਕ ਨਿੱਕੀ ਜਿਹੀ ਮਿਸਾਲ ਲੈਂਦੇ ਆ। ਕੋਈ ਘਰ ਦੇ ਵਿੱਚ 2-3 ਸਬਜ਼ੀਆਂ ਮੰਨ ਲਓ ਬਣੀਆਂ ਨੇ,
ਤੇ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ ਸਬਜ਼ੀ ਨੂੰ ਟੱਚ ਕਰਦੇ ਹੋ, ਚੱਖਦੇ ਹੋ, ਤੇ ਉਹ ਤੁਹਾਨੂੰ ਸਵਾਦ ਨਹੀਂ ਲੱਗਦੀ ਤੇ ਉਹਨੂੰ ਤੁਸੀਂ ਛੱਡ ਦਿੰਦੇ ਹੋ ਕਿ ਇਹ ਤੇ ਯਾਰ ਬੇਸਵਾਦੀ ਹੈ, ਇਹ ਚੀਜ਼ ਤਾਂ ਨਾ 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 ਦੁਬਾਰਾ ਨਾ ਬਣਾਇਓ, ਬੇਸਵਾਦੀ ਹੈ। ਜਿਹੜੀ ਬੇਸਵਾਦੀ ਚੀਜ਼ ਹੈ ਉਹਨੂੰ ਤੁਸੀਂ ਨੇੜੇ ਨਹੀਂ ਉਹਦੇ ਲੱਗਦੇ, ਉਹਨੂੰ ਤੁਸੀਂ ਬਿੰਨ ਵਿੱਚ ਪਾਉਂਦੇ ਹੋ, ਸੁੱਟਦੇ ਹੋ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਹ ਵਿਕਾਰਾਂ ਦੇ ਜੋ ਚਸਕੇ ਨੇ ਮਾਇਆ ਦੇ, ਜਿਨ੍ਹਾਂ ਨੇ ਇਹਨਾਂ ਨੂੰ ਬੇਸਵਾਦਾ ਫਿੱਕਾ ਸਮਝ ਲਿਆ, ਜਾਂ ਜਿੰਨੇ ਵੀ ਲੋਭ ਹੈ, ਨਿੰਦਾ ਹੈ, ਚੁਗਲੀ ਹੈ, ਹੰਕਾਰ ਹੈ, ਵੈਰ ਵਿਰੋਧ ਨੇ, ਅਦਾਜ ਦਹੇਜ ਨੇ, ਜਾਂ ਹੋਰ ਐਸੀਆਂ ਲਾਹਨਤਾਂ ਨੇ, ਇਹਨਾਂ ਨੂੰ ਬੇਸਵਾਦੇ ਸਮਝ ਕੇ ਛੱਡ ਦਿੱਤਾ। ਜਿੰਨੇ ਵੀ ਮਾਇਆ ਦੇ ਰਸ ਨੇ, ਵਿਸ਼ੇ ਵਿਕਾਰ ਨੇ, ਪਾਪ ਅਪਰਾਧ ਨੇ, ਜਿਨ੍ਹਾਂ ਨੇ ਇਹਨਾਂ ਰਸਾਂ ਨੂੰ ਬੇਸਵਾਦਾ ਸਮਝ ਕੇ ਫਿੱਕਾ ਸਮਝ ਲਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਹੋਏ ਨਿਰਸ ਦਾ ਮਤਲਬ ਇਹਨਾਂ ਰਸਾਂ ਤੋਂ ਨਿਰਾਲਾ ਹੋ ਕੇ, ਉਪਰਾਮ ਹੋ ਕੇ, ਨਿਰਲੇਪ ਹੋ ਕੇ, ਮਾਇਕ ਚਸਕਿਆਂ ਤੋਂ ਬਚ ਕੇ। ਸੋ ਰਸ ਦਾ ਮਤਲਬ ਉਹ ਸਵਾਦ ਜੋ ਸ਼ੁਭ ਗੁਣਾਂ ਦਾ ਹੈ, ਆਤਮਿਕ ਆਨੰਦ ਦਾ। ਪਹਿਚਾਨਿਆ ਦਾ ਮਤਲਬ ਪਹਿਚਾਨ ਲਈ ਉਹਨੇ ਸਾਂਝ ਪਾ ਲਈ, ਉਹਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਆਤਮਿਕ ਆਨੰਦ ਮਾਣ ਲਿਆ। ਹੁਣ ਜੇ ਕੋਈ ਝੂਠ ਨੂੰ ਬੇਰਸਾ ਸਮਝ ਕੇ, ਫਿੱਕਾ ਸਮਝ ਕੇ ਛੱਡ ਦੇਵੇਗਾ, ਤਾਂ ਹੀ ਉਹ ਸੱਚ ਦਾ ਆਨੰਦ ਮਾਣੇਗਾ ਨਾ। ਤੇ ਜੇ ਕੋਈ ਝੂਠ ਦਾ ਹੀ ਆਨੰਦ ਲੈਂਦਾ ਰਹੇ, ਜਿਹਨੂੰ ਝੂਠ ਬੋਲਣ ਵਿੱਚ ਬੜਾ ਸਵਾਦ ਆ ਰਿਹਾ ਹੋਵੇ, ਤਾਂ ਉਹ ਸੱਚ ਦਾ ਆਨੰਦ ਨਹੀਂ ਮਾਣ ਪਾਏਗਾ। ਜਿਹਨੂੰ ਈਰਖਾ ਦੇ ਵਿੱਚੋਂ ਰਸ ਆ ਰਿਹਾ ਹੈ, ਕਿਸੇ ਨਾਲ ਈਰਖਾ ਕਰਕੇ ਸੜ ਸੜ ਕੇ ਰਸ ਆ ਰਿਹਾ ਹੈ, ਤਾਂ ਉਹ ਪ੍ਰੇਮ ਦਾ ਰਸ ਕਦੇ ਮਾਣੇਗਾ ਹੀ ਨਹੀਂ। ਈਰਖਾ ਨੂੰ ਛੱਡੇਗਾ ਤਾਂ ਪ੍ਰੇਮ ਦਾ ਰਸ ਮਾਣੇਗਾ ਨਾ। ਅਹੰਕਾਰ ਕਰਕੇ ਬੜਾ ਰਸ ਮਾਣ ਰਿਹਾ ਹੈ ਬੰਦਾ, ਦੂਜਿਆਂ ਨੂੰ ਨੀਵਾਂ ਵਿਖਾ ਕੇ, ਤਾਂ ਨਿਮਰਤਾ ਦਾ ਰਸ ਕਿਵੇਂ ਮਾਣੇਗਾ? ਅਹੰਕਾਰ ਨੂੰ ਛੱਡੇਗਾ ਤਾਂ ਨਿਮਰਤਾ ਦਾ ਰਸ ਆਏਗਾ। ਤਾਂ ਹੋਏ ਨਿਰਸ ਦਾ ਮਤਲਬ ਇਹਨਾਂ ਵਿਕਾਰਾਂ ਦੇ ਰਸਾਂ ਤੋਂ ਨਿਰਲੇਪ ਹੋ ਕੇ, ਬਚ ਕੇ, ਸੋ ਰਸ ਪਹਿਚਾਨਿਆ ਦਾ ਮਤਲਬ ਉਸ ਪ੍ਰਭੂ ਦੇ ਗੁਣਾਂ ਦੇ ਰਸ ਦੇ ਨਾਲ ਉਹ ਸਾਂਝ ਪਾ ਲੈਂਦਾ ਹੈ, ਉਹਨਾਂ ਗੁਣਾਂ ਦੇ ਆਤਮਿਕ ਆਨੰਦ ਦੇ ਰਸ ਨੂੰ ਉਹ ਮਾਣਦਾ ਹੈ, ਉਹਦਾ ਉਹ ਆਨੰਦ ਲੈਂਦਾ ਹੈ। ਇਹ ਰਸ ਛਾੜੇ, ਉਹ ਰਸ ਆਵਾ। ਆਵਾ ਦਾ ਮਤਲਬ ਆ ਗਿਆ। ਜਿਨਨੇ ਦੁਨੀਆ ਵਾਲੇ ਚਸਕੇ ਛੱਡ ਦਿੱਤੇ, ਉਹ ਰਸ ਆਵਾ ਦਾ ਮਤਲਬ ਉਹਨੂੰ ਪ੍ਰਭੂ ਦੇ ਗੁਣਾਂ ਦਾ ਆਨੰਦ ਪ੍ਰਾਪਤ ਹੋ ਗਿਆ, ਉਹ ਰਸ ਆ ਗਿਆ, ਉਹਦੇ ਅੰਦਰ ਉਹ ਰਸ ਪੈਦਾ ਹੋ ਗਿਆ। ਜਿਨਨੇ ਇਹ ਰਸ ਛੱਡ ਦਿੱਤੇ ਵਿਕਾਰਾਂ ਦੇ, ਉਹਦੇ ਅੰਦਰ ਪ੍ਰਭੂ ਦੇ ਗੁਣਾਂ ਦਾ ਰਸ ਪੈਦਾ ਹੋ ਗਿਆ, ਆਨੰਦ ਪੈਦਾ ਹੋ ਗਿਆ। ਜਿਨਨੇ ਇਹਨਾਂ ਰਸਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਆਦਿਕ ਨੂੰ ਛੱਡ ਦਿੱਤਾ, ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਅਪਣਾ ਲਿਆ, ਤਾਂ ਉਹਨਾਂ ਦੇ ਅੰਦਰ ਫਿਰ ਸਤ, ਸੰਤੋਖ, ਦਇਆ, ਧਰਮ, ਧੀਰਜ ਤੋਂ ਜਿਹੜਾ ਸੁਖ ਪੈਦਾ ਹੋਏਗਾ, ਆਨੰਦ ਪੈਦਾ ਹੋਏਗਾ, ਉਹ ਬੰਦਾ ਮਾਣੇਗਾ। ਉਹ ਹੀ ਮਾਣੇਗਾ ਨਾ ਜਿਹੜਾ ਇਹਨਾਂ ਨੂੰ ਛੱਡੇਗਾ। ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਤੇ ਜਿਨ੍ਹਾਂ ਨੇ ਉਸ ਰਸ ਨੂੰ ਪੀ ਲਿਆ, ਸਤ, ਸੰਤੋਖ, ਦਇਆ, ਧਰਮ ਦਾ ਜੋ ਰਸ ਹੈ, ਸੱਚਾਈ ਦਾ, ਪ੍ਰੇਮ ਦਾ, ਦਇਆ ਦਾ, ਨਿਰਭੈਤਾ ਦਾ, ਨਿਰਵੈਰਤਾ ਦਾ, ਜਿਨਨੇ ਇਹਨਾਂ ਗੁਣਾਂ ਨੂੰ ਅਪਣਾ ਕੇ ਇਹਨਾਂ ਗੁਣਾਂ ਦਾ ਸੁਖ ਮਾਣ ਲਿਆ, ਆਨੰਦ ਮਾਣ ਲਿਆ, ਖੁਸ਼ੀ ਮਾਣ ਲਈ, ਇਹ ਰਸ ਨਹੀਂ ਪਾਵਾ, ਫਿਰ ਉਹਨੂੰ ਇਹ ਰਸ ਚੰਗੇ ਨਹੀਂ ਲੱਗਣਗੇ, ਬਿਲਕੁਲ ਚੰਗੇ ਨਹੀਂ ਲੱਗਣਗੇ। ਝੂਠ ਫਰੇਬ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ, ਉਹਦੀ ਜ਼ਿੰਦਗੀ ਚੋਂ ਇਹ ਦੂਰ ਹੋ ਜਾਣਗੇ। ਜਿਸ ਬੰਦੇ ਨੇ ਸ਼ੁਭ ਗੁਣਾਂ ਦਾ ਆਨੰਦ ਮਾਣ ਲਿਆ, ਪ੍ਰਭੂ ਮਿਲਾਪ ਦਾ ਆਨੰਦ ਮਾਣ ਲਿਆ, ਉਹਨੂੰ ਫਿਰ ਇਹ ਰਸ ਥੋੜੀ ਚੰਗੇ ਲੱਗਣਗੇ। ਜਿਸ ਨੇ ਸਮੁੰਦਰ ਨੂੰ ਵੇਖ ਲਿਆ, ਉਹਨੂੰ ਛਪੜੀਆਂ ਥੋੜਾ ਚੰਗੀਆਂ ਲੱਗਣਗੀਆਂ। ਜਿਸ ਨੇ ਸੁਗੰਧ ਨੂੰ ਮਾਣ ਲਿਆ, ਗੁਲਾਬ ਦੇ ਫੁੱਲਾਂ ਦੀ ਸੁਗੰਧ ਦਾ ਜਿਸ ਨੂੰ ਆਨੰਦ ਆ ਗਿਆ, ਉਹ ਫਿਰ ਰੂੜੀਆਂ ਦੇ ਉੱਤੇ ਥੋੜਾ ਜਾਏਗਾ। ਜੇ ਉਹਨੂੰ ਕਹੇ ਕਿ ਵੀ ਆ ਘੁੰਮਣ ਚੱਲੀਏ, ਤੇ ਬੰਦਾ ਕਹੇ ਕਿ ਇੱਧਰ ਬੜੀਆਂ ਨਾ ਰੂੜੀਆਂ ਨੇ, ਕੂੜੇ ਦਾ ਢੇਰ, ਇੱਧਰ ਚੱਲਦੇ, ਉਹਨੇ ਕਹਿਣਾ ਦਫਾ ਕਰ, ਆ ਨਾਲ ਆਸ ਪਾਸੇ ਆ, ਤੈਨੂੰ ਇੱਥੇ ਰੋਜ਼ ਗਾਰਡਨ ਹੈ, ਮੈਂ ਤੈਨੂੰ ਰੋਜ਼ ਗਾਰਡਨ ਚ ਲੈ ਕੇ ਚੱਲਦਾ, ਗੁਲਾਬ ਦੇ ਫੁੱਲਾਂ ਦਾ ਆਨੰਦ ਮਾਣਦੇ ਆ। ਉਹਨੂੰ ਕੋ ਰੂੜੀਆਂ ਦਾ ਫਿਰ ਗੰਧ ਥੋੜਾ ਚੰਗਾ ਲੱਗੇ। ਜਿਨਨੇ ਉਸ ਸ਼ੁਭ ਗੁਣਾਂ ਦੇ ਆਨੰਦ ਨੂੰ ਮਾਣ ਲਿਆ, ਜਿਨਨੇ ਮਨ, ਬਚਨ, ਕਰਮ ਕਰਕੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬਿਆਂ ਦੇ ਆਨੰਦ ਨੂੰ ਮਾਣ ਲਿਆ, ਉਹਨੂੰ ਫਿਰ ਵਿਕਾਰਾਂ ਦਾ ਰਸ ਨਹੀਂ ਪਾਉਂਦਾ। ਲੱਲਾ ਐਸੇ ਲਿਵ ਮਨ ਲਾਵੇ, ਲੱਲੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ। ਐਸੇ ਦਾ ਮਤਲਬ ਅਜਿਹੇ ਤਰੀਕੇ ਦੇ ਨਾਲ, ਲਿਵ ਲਾਵੇ ਦਾ ਮਤਲਬ ਲਗਨ ਲਾਵੇ। ਲਿਵ ਦਾ ਮਤਲਬ ਇਹ ਤੇ ਸਮਾਧੀ ਨਹੀਂ ਹੈ ਕਿ ਏਦਾਂ ਕਰਕੇ ਬਹਿ ਜਾਏ ਤੇ ਸਮਾਧੀ ਲਾਏ।
ਇੱਥੇ ਸਮਾਧੀ ਦੀ ਗੱਲ ਨਹੀਂ। ਲਿਵ ਦਾ ਮਤਲਬ ਲਗਨ। ਜੇ ਕੋਈ ਮਨੁੱਖ, ਜੇ ਕਿਸੇ ਮਨੁੱਖ ਦਾ ਮਨ ਐਸੀ ਇਕਾਗਰਤਾ ਦੇ ਨਾਲ ਪ੍ਰਭੂ ਦੇ ਨਾਲ ਲਗਨ ਲਾ ਲਵੇ, ਇਕਾਗਰਤਾ ਨਾਲ ਲਗਨ ਲਗਾ ਲਵੇ, ਅੰਦਰ ਤਾਂਗ ਪੈਦਾ ਹੋ ਜਾਏ कि सिर्फ मैं सच ही बोलना है, दया ही कमानी है, प्रेम ही करना है, सच्ची सुच्ची किरत करनी है, शुभ कर्म करने ने, गुरबाणी अनुसार जिंदगी जीनी है, रब्बी रजा दे विच में विचरना है, मैं आप भी खुश रहना है, दुनिया नूं भी खुशियां वंडणियां ने, जीओ और जीण दिओ दे सिद्धांत की पालना करनी है, गुरमत आशे अनुसार मैं जिंदगी जीनी है। जे कोई ऐस एकाग्रता दे नाल लगन ला ले, अपने अंदर लगन पैदा कर ले, ਉਹਦੀ ਲਗਨ ਹੀ ਇਧਰ ਲੱਗ ਜਾਏ। ਅਨੰਤ ਨਾ ਜਾਏ ਪਰਮ ਸੱਚ ਪਾਵੇ। ਅਨੰਤ ਦਾ ਮਤਲਬ ਕਿਸੇ ਹੋਰ ਥਾਂ, ਨਾ ਜਾਏ ਦਾ ਮਤਲਬ ਨਾ ਜਾਵੇ, ਨਾ ਭਟਕੇ। ਪਰਮ ਦਾ ਮਤਲਬ ਸਭ ਤੋਂ ਉੱਚਾ, ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੇ ਦਾ ਮਤਲਬ ਪ੍ਰਾਪਤ ਕਰ ਲੈਂਦਾ ਹੈ। ਐਸੀ ਲਗਨ ਲੱਗ ਜਾਏ ਕਿ ਉਹਦਾ ਮਨ ਕਿਸੇ ਹੋਰ ਪਾਸੇ ਜਾਏ ਹੀ ਨਾ, ਅਨੰਤ ਨਾ ਜਾਏ। ਇੱਕ ਪਲ ਵਾਸਤੇ ਵੀ ਮਨ ਝੂਠ ਪਾਪ ਵਾਲੇ ਪਾਸੇ ਨਾ ਜਾਏ, ਉਹਦੇ ਅੰਦਰ ਫੁਰਨਾ ਵੀ ਨਾ ਪੈਦਾ ਹੋਏ, ਵਿਚਾਰ ਵੀ ਨਾ ਆਏ। ਝੂਠ ਬੋਲਣਾ ਤਾਂ ਦੂਰ ਦੀ ਗੱਲ, ਝੂਠ ਬੋਲਣ ਦਾ ਵਿਚਾਰ ਵੀ ਅੰਦਰ ਪੈਦਾ ਨਾ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਸਭ ਤੋਂ ਵੱਡੇ ਪ੍ਰਭੂ ਨੂੰ ਪਾ ਲੇਗਾ, ਮਹਾਨ ਸੱਚ ਨੂੰ ਪਾ ਲੇਗਾ, ਜੀਵਨ ਦੀ ਅਸਲੀਅਤ ਨੂੰ ਜਾਣ ਲਏਗਾ, ਸੰਸਾਰ ਦੇ ਪਰਮ ਤੱਤ ਨੂੰ ਜਾਣ ਲਏਗਾ, ਰੱਬ ਨੂੰ ਪਾ ਲਵੇਗਾ, ਰੱਬ ਦੇ ਵਿੱਚ ਸਮਾ ਜਾਏਗਾ, ਰੱਬ ਦਾ ਰੂਪ ਹੋ ਜਾਏਗਾ, ਪਰਮ ਸੱਚਾਈ ਨੂੰ ਪਾ ਲਵੇਗਾ। ਜੇ ਕੋਈ ਲਗਨ ਲਾ ਲਵੇ, ਐਸੀ ਲਗਨ ਲਾਏ ਕਿ ਉਹਦਾ ਮਨ ਹੋਰ ਪਾਸੇ ਜਾਵੇ ਹੀ ਨਾ, ਤਾਂ ਉਹ ਪਰਮ ਸੱਚ ਨੂੰ ਪਾ ਲਵੇਗਾ। ਤਾਂ ਜ਼ਰੂਰਤ ਤਾਂ ਲਗਨ ਲਗਾਉਣ ਦੀ ਨਾ, ਅਸੀਂ ਉਸ ਚੀਜ਼ ਨੂੰ ਪਾ ਲੈਂਦੇ ਹਾਂ ਜਿੱਧਰ ਸਾਡੀ ਲਗਨ ਹੁੰਦੀ ਹੈ, ਉਹ ਚੀਜ਼ ਸਾਨੂੰ ਮਿਲ ਜਾਂਦੀ ਹੈ। ਤਾਂ ਦੁਨੀਆ ਵੱਲ ਇੱਕ ਝਾਤ ਮਾਰ ਕੇ ਵੇਖੋ, ਆਮ ਜੋ ਬਹੁਗਿਣਤੀ ਲੋਕ ਨੇ, ਸਾਰਿਆਂ ਦੀ ਗੱਲ ਨਹੀਂ, ਜੋ ਬਹੁਗਿਣਤੀ ਲੋਕ ਨੇ, ਲਗਨ ਹੈ ਨਾ ਲੋਕਾਂ ਦੀ ਚੁਗਲੀ ਕਰਨ ਵਿੱਚ, ਨਿੰਦਾ ਕਰਨ ਵਿੱਚ, ਝੂਠ ਬੋਲਣ ਵਿੱਚ, ਤੇ ਉਹ ਸਾਰੀਆਂ ਚੀਜ਼ਾਂ ਮਿਲੀ ਜਾ ਰਹੀਆਂ ਨੇ, ਲੜਾਈ ਦੰਗੇ ਫਸਾਦ ਮਿਲੀ ਜਾ ਰਹੇ ਨੇ। ਤੇ ਜਿਨ੍ਹਾਂ ਨੇ ਆਪਣੀ ਲਗਨ ਸੱਚ ਨਾਲ, ਚੰਗੇ ਜੀਵਨ ਨਾਲ ਲਾਈ, ਉਹ ਚੰਗਾ ਜੀਵਨ ਜੀ ਰਹੇ ਨੇ। ਬੇਸ਼ੱਕ ਉਹ ਥੋੜੇ ਨੇ ਲੋਕ, ਗੱਲ ਤਾਂ ਲਗਨ ਦੀ ਹੈ। ਜਿੱਧਰ ਵੀ ਲਗਨ ਲਾਓਗੇ ਉਸ ਚੀਜ਼ ਨੂੰ ਪਾ ਲੋਗੇ, ਲਗਨ ਤੋਂ ਬਿਨਾਂ ਨਹੀਂ ਮਿਲੇਗੀ। ਚਾਹੇ ਉਹ ਧਾਰਮਿਕ ਜੀਵਨ ਹੈ ਤਾਂ ਇਧਰ ਸਾਨੂੰ ਲਗਨ ਚਾਹੀਦੀ ਹੈ। ਜੇ ਸਮਾਜਿਕ ਜੀਵਨ ਹੈ, ਸੋਸ਼ਲ ਲਾਈਫ ਹੈ, ਤਾਂ ਲਗਨ ਚਾਹੀਦੀ ਹੈ ਕਿ ਮੈਂ ਆਪਣੀ ਸਮਾਜਿਕ ਜ਼ਿੰਦਗੀ ਚੰਗੀ ਜੀਣੀ ਹੈ। ਰਾਜਨੀਤਿਕ ਜੀਵਨ ਵਿੱਚ ਮੈਂ ਜਿੱਤ ਹਾਸਲ ਕਰਨੀ ਹੈ ਤਾਂ ਲਗਨ ਚਾਹੀਦੀ ਹੈ। ਜੇ ਫਾਈਨੈਂਸ਼ੀਅਲੀ ਮਜ਼ਬੂਤ ਹੋਣਾ ਹੈ ਤਾਂ ਲਗਨ ਚਾਹੀਦੀ ਹੈ। ਲਗਨ ਤੋਂ ਬਿਨਾ ਕੁਛ ਨਹੀਂ ਹੈ। ਜਿਸ ਨੇ ਲਾਈਟ ਦੀ ਖੋਜ ਕੀਤੀ ਹੈ ਨਾ, ਕਿੰਨੀ ਲਗਨ ਹੋਏਗੀ ਉਸ ਬੰਦੇ ਦੇ ਅੰਦਰ, ਕਿ ਜਿਹਨੂੰ 999 ਵਾਰੀ ਜੋ ਫੇਲ ਹੋਇਆ ਹੈ, ਲੇਕਿਨ ਉਹਨੂੰ ਲੋਕ ਕਹਿ ਵੀ ਰਹੇ ਨੇ ਕਿ ਐਸਾ ਨਹੀਂ। ਉਹਨੇ ਕਿਹਾ ਨਾ ਨਾ, ਤੁਹਾਨੂੰ ਨਹੀਂ ਪਤਾ ਹੈ, ਬਿਲਕੁਲ ਬਲਬ ਜਗੇਗਾ। ਕਿੰਨੀ ਤਗੜੀ ਲਗਨ ਹੋਏਗੀ, ਬੰਦੇ ਨੇ ਪਾ ਲਈ। ਛੋਟੇ ਘੱਲੂਕਾਰੇ ਵਿੱਚ ਕਿੰਨੇ ਸਿੰਘ ਸ਼ਹੀਦ ਹੋ ਗਏ, ਵੱਡੇ ਘੱਲੂਕਾਰੇ ਵਿੱਚ ਕਿੰਨੇ ਸਿੱਖਾਂ ਨੂੰ ਜਲਾ ਕੇ 35,000 ਸਿੱਖ ਇੱਕ ਦਿਨ ਦੇ ਵਿੱਚ ਮਾਰ ਦਿੱਤੇ ਗਏ, 25 ਤੋਂ ਲੈ ਕੇ 35,000 ਤੱਕ। ਔਰ ਸਮੇਂ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਹੁਣ ਸਿੱਖਾਂ ਦਾ ਲੱਕ ਭੰਨ ਦਿੱਤਾ ਗਿਆ ਹੈ, ਕਦੇ ਨਹੀਂ ਉੱਠਣਗੇ। ਪਰ ਜਿਨ੍ਹਾਂ ਦੀ ਲਗਨ ਹੀ ਹੈ ਜ਼ੁਲਮ ਦਾ ਟਾਕਰਾ ਕਰਨਾ, ਮਹੀਨੇ 6 ਨਹੀਂ ਪਏ ਉਹਨਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ। ਕਹਿਣ ਤੋਂ ਭਾਵ ਲਗਨ, ਲਗਨ ਤੋਂ ਬਿਨਾ ਕੁਛ ਨਹੀਂ ਹੈ। ਜੇ ਕੋਈ ਲਗਨ ਲਾ ਲਵੇ ਤਾਂ ਉਹ ਪਰਮ ਸੱਚ ਨੂੰ ਪਾ ਲਵੇਗਾ। ਇਸ ਲਈ ਆਪਣੇ ਅੰਦਰ ਲਗਨ ਪੈਦਾ ਕਰਨੀ ਹੈ। ਲੱਲਾ ਐਸੇ ਲਿਵ ਮਨ ਲਾਵੇ, ਮਗਨ ਭਿਆਤੇ ਸੋ ਸੱਚ ਪਾਵੇ। ਉਹ ਇਨਸਾਨ ਸੱਚ ਨੂੰ ਪਾ ਲਵੇਗਾ, ਸੱਚ ਦੀ ਪ੍ਰਾਪਤੀ ਕਰ ਲਵੇਗਾ, ਜੋ ਬੰਦਾ ਲਗਨ ਲਾਏਗਾ। ਪਰ ਜੋ ਤਹਾਂ ਪ੍ਰੇਮ ਲਿਵ ਲਾਵੇ, ਪਰ ਦਾ ਮਤਲਬ ਅਤੇ, ਜੋ ਦਾ ਮਤਲਬ ਜੇ, ਤਹਾਂ ਦਾ ਮਤਲਬ ਉਸ ਲਿਵਲੀਨਤਾ ਵਿੱਚ, ਉਸ ਲਗਨ ਦੇ ਅੰਦਰ ਪ੍ਰੇਮ ਲਿਵ ਲਾਵੇ, ਪ੍ਰੇਮ ਦੀ ਤਾਰ ਜੋੜ ਲਵੇ। ਯਾਨੀ ਇੱਕ ਰਸ ਤਾਰ, ਇੱਕ ਰਸ ਪਿਆਰ ਉਹਦੇ ਨਾਲ ਬਣ ਜਾਏ। ਜੇ ਉਸ ਲਿਵ ਦੀ ਹਾਲਤ ਵਿੱਚ ਪ੍ਰੇਮ ਦੀ ਤਾਰ ਲਾ ਲਵੇ, ਇੱਕ ਰਸ ਮਗਨ ਪ੍ਰੇਮ, ਯਾਨੀ ਦਿਲੋਂ ਪਿਆਰ ਬਣਾ ਲਏ ਉਹਨਾਂ ਚੀਜ਼ਾਂ ਦਾ, ਜੇ ਦਿਲੋਂ ਪਿਆਰ ਬਣਾ ਲਵੇ ਤਾਂ ਫਿਰ ਕੀ ਹੋਏਗਾ? ਤੋ ਅੱਲਾਹ ਲਹਿ ਲਹਿ ਚਰਨ ਸਮਾਵੇ। ਅੱਲਾਹ ਦਾ ਮਤਲਬ ਅਲੱਭ, ਜਿਹੜਾ ਲੱਭਦਾ ਨਹੀਂ।
ਲਹਿ ਦਾ ਮਤਲਬ ਹੈ ਲੱਭ ਲੈਂਦਾ ਹੈ। ਲੱਲਾ ਹਾਹਾ ਦਲਾਵਾਂ ਦੋ, ਲਹਿ ਦਾ ਮਤਲਬ ਲੱਭ ਲੈਂਦਾ, ਤੇ ਲੱਲਾ ਹਾਹਾ ਹਾਹੇ ਨਾਲ ਸਿਹਾਰੀ ਲੱਗੀ ਲਹਿ, ਇਹਦਾ ਮਤਲਬ ਲੱਭ ਕੇ। ਪਹਿਲੇ ਲਹਿ ਹਾਹੇ ਨਾਲ ਦਲਾਵਾਂ, ਉਹਦਾ ਮਤਲਬ ਹੈਗਾ ਲੱਭ ਲੈਣਾ, ਤੇ ਦੂਜਾ ਲੱਲਾ ਹਾਹੇ ਨਾਲ ਸਿਹਾਰੀ ਲਹਿ, ਉਹਦਾ ਮਤਲਬ ਲੱਭ ਕੇ। ਸਮਾਵੇ ਦਾ ਮਤਲਬ ਸਮਾ ਜਾਂਦਾ ਹੈ। ਤਾਂ ਉਸ ਅਲੱਭ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ, ਔਰ ਲੱਭ ਕੇ ਸਦਾ ਵਾਸਤੇ ਉਹਦੇ ਵਿੱਚ ਹੀ ਸਮਾ ਜਾਂਦਾ ਹੈ, ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਜੇ ਬੰਦਾ ਆਪਣੀ ਲਗਨ ਰੱਬੀ ਗੁਣਾਂ ਨਾਲ ਲਗਾ ਲਵੇ, ਔਰ ਫਿਰ ਉਹਨਾਂ ਗੁਣਾਂ ਦੇ ਨਾਲ ਸੱਚੀ ਪ੍ਰੀਤ ਬਣਾ ਲਵੇ, ਤਾਂ ਜਿਹੜਾ ਅਲੱਭ ਹੈ, ਯਾਨੀ ਜਿਹੜਾ ਮੁਸ਼ਕਲ ਲੱਭਦਾ ਸੀ, ਉਹਨੂੰ ਲੱਭ ਲੈਂਦਾ ਬੰਦਾ, ਉਹਨੂੰ ਪਾ ਲੈਂਦਾ ਹੈ, ਤੇ ਸਦਾ ਵਾਸਤੇ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਤੇ ਲੱਭ ਕਿੱਥੋਂ ਲੈਂਦਾ ਹੈ? ਆਪਣੇ ਅੰਦਰੋਂ ਹੀ। ਅੰਦਰ ਹੀ ਹੈ ਨਾ, ਸਾਰੇ ਗੁਣ ਅੰਦਰ ਨੇ, ਔਗਣ ਅੰਦਰ ਨੇ, ਚੰਗਿਆਈਆਂ ਬੁਰਾਈਆਂ ਹਰ ਬੰਦੇ ਦੇ ਅੰਦਰ ਨੇ। ਲੋੜ ਤਾਂ ਲਗਨ ਲਾਣ ਦੀ ਹੈ, ਤੇ ਫਿਰ ਅੰਦਰੋਂ ਹੀ ਉਹ ਚੰਗਿਆਈਆਂ ਇਹਨੂੰ ਲੱਭ ਜਾਂਦੀਆਂ ਨੇ, ਅੰਦਰੋਂ ਹੀ ਰੱਬ ਪ੍ਰਗਟ ਹੋ ਜਾਂਦਾ ਹੈ, ਤੇ ਸਦਾ ਵਾਸਤੇ ਉਹਦੇ ਅੰਦਰ ਹੀ ਇਹ ਬੰਦਾ ਜਿਹੜਾ ਹੈ ਉਹ ਸਮਾ ਜਾਂਦਾ ਹੈ। ਹੁਣ ਕੀ ਕਰਨਾ ਚਾਹੀਦਾ ਸਾਨੂੰ? ਭਗਤ ਕਬੀਰ ਜੀ ਕਹਿੰਦੇ ਨੇ, ਵਵਾ ਬਾਰ ਬਾਰ ਬਿਸ਼ਨ ਸੰਹਾਰ। ਸੰਹਾਰ ਦਾ ਮਤਲਬ ਸੰਭਾਲ, ਯਾਦ ਕਰ। ਬਾਰ ਬਾਰ ਦਾ ਮਤਲਬ ਮੁੜ ਮੁੜ, ਹਰ ਵੇਲੇ। ਬਿਸ਼ਨ ਦਾ ਮਤਲਬ ਅਕਾਲ ਪੁਰਖ ਪ੍ਰਭੂ, ਕਿ ਬਾਰ-ਬਾਰ ਸਦਾ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਰੱਖ, ਵਾਰ-ਵਾਰ, ਕੰਟੀਨਿਊ, ਹਰ ਹਮੇਸ਼ਾ 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 ਰੱਬ ਨੂੰ ਯਾਦ ਰੱਖ। ਰੱਬ ਨੂੰ ਯਾਦ ਰੱਖਣ ਦਾ ਮਤਲਬ ਰੱਬੀ ਗੁਣਾਂ ਨੂੰ ਯਾਦ ਰੱਖ, ਜੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਵਿੱਚ ਰੱਬੀ ਗੁਣ ਨੇ, ਉਹਨਾਂ ਨੂੰ ਹਮੇਸ਼ਾ ਯਾਦ ਰੱਖ, ਬਾਰ-ਬਾਰ, ਇੱਕ ਪਲ ਵਾਸਤੇ ਵੀ ਨਾ ਭੁੱਲਣ ਦੇ। ਜੇ ਤੇਰੇ ਮਨ ਅੰਦਰ ਕਦੇ ਝੂਠ ਬੋਲਣ ਦਾ ਵਿਚਾਰ ਆਏ, ਤਾਂ ਫਿਰ ਯਾਦ ਕਰ ਕਿ ਮੈਂ ਸੱਚ ਬੋਲਣਾ ਹੈ। ਜੇ ਕਿਤੇ ਈਰਖਾ ਪੈਦਾ ਹੋ ਰਹੀ ਹੈ, ਤੇ ਨਾਲ ਦੇ ਨਾਲ ਕਹੋ ਮੈਂ ਪਿਆਰ ਨਾਲ ਰਹਿਣਾ ਹੈ। ਜੇ ਮਨ ਵਿੱਚ ਨੈਗੇਟਿਵਿਟੀ ਆ ਰਹੀ ਹੈ, ਤੇ ਨਾਲ ਦੇ ਨਾਲ ਕਹੋ ਕਿ ਆਗਾ ਹੂੰ ਪੁੱਤਰਾਗ, ਪਿੱਛਾ ਫੇਰ ਨਾ ਮੋੜੜਾ। ਸ਼ੁਭ ਗੁਣਾਂ ਨੂੰ ਬਾਰ-ਬਾਰ ਯਾਦ ਕਰ, ਹਮੇਸ਼ਾ ਯਾਦ ਰੱਖ। ਇਹਦਾ ਰਿਜ਼ਲਟ ਕੀ ਨਿਕਲੇਗਾ? ਜੇ ਬਾਰ-ਬਾਰ, ਹਰ ਵਕਤ, ਕੰਟੀਨਿਊ ਰੱਬੀ ਗੁਣਾਂ ਨੂੰ ਆਪਣੇ ਅੰਦਰ ਸੰਭਾਲਾਂਗੇ, ਇਹਦਾ ਰਿਜ਼ਲਟ ਕੀ ਨਿਕਲੇਗਾ? ਬਿਸਨ ਸੰਹਾਰ ਨਾ ਆਵੇ ਹਾਰ। ਹਾਰ ਦਾ ਮਤਲਬ ਹਾਰ ਕੇ। ਤਾਂ ਜੇਕਰ ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏ, ਮਤਲਬ ਇੰਪਲੀਮੈਂਟ ਕੀਤਾ ਜਾਏ, ਤਾਂ ਮਨੁੱਖ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਨਹੀਂ ਆਉਂਦਾ। ਜਿੱਥੇ ਵੀ ਜਾਏਗਾ ਜਿੱਤ ਕੇ ਆਏਗਾ। ਜਿੱਥੇ ਵੀ ਰਹੋਗੇ ਜੇਤੂ ਬਣ ਕੇ ਜੀਵੋਗੇ। ਮਨ ਜੀਤੈ ਜਗ ਜੀਤ, ਮਨ ਨੂੰ ਜਿੱਤਣ ਵਾਲਾ ਵਿਸ਼ਵ ਵਿਜੇਤਾ ਹੁੰਦਾ ਹੈ। ਜੀਵਨ ਬਾਜੀ ਹਾਰ ਕੇ ਨਹੀਂ ਆਓਗੇ, ਜਿੱਤ ਕੇ ਆਓਗੇ। ਜਿੱਥੇ ਵੀ ਰਹੋਗੇ ਜਿੱਤੋਗੇ ਜੀਵਨ ਬਾਜੀ, ਵਿਕਾਰਾਂ ਅੱਗੇ ਹਾਰੋਗੇ ਨਹੀਂ। ਜੀਵਨ ਦੇ ਅੰਦਰ ਕਾਮਯਾਬੀ ਮਿਲੇਗੀ। ਦੁਨੀਆ ਦੀ ਕੋਈ ਤਾਕਤ ਉਸ ਬੰਦੇ ਨੂੰ ਨਹੀਂ ਹਰਾ ਸਕਦੀ ਜਿਸ ਦੀ ਸ਼ੁਭ ਗੁਣਾਂ ਵਾਸਤੇ ਲਗਨ ਹੈ, ਜੋ ਰੱਬੀ ਰਜ਼ਾ ਨੂੰ ਫੋਲੋ ਕਰ ਰਿਹਾ ਹੈ, ਔਰ ਜਿਸ ਦੇ ਅੰਦਰ ਜਿੱਤ ਦੀ ਲਗਨ ਹੈ, ਜਿਨਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਬੇਸ ਬਣਾਇਆ ਹੈ, ਉਹ ਜੀਵਨ ਬਾਜੀ ਨੂੰ ਕਦੇ ਵੀ ਨਹੀਂ ਹਾਰਦਾ। ਉਹ ਆਚਰਨ ਤੋਂ ਕਦੇ ਵੀ ਨਹੀਂ ਗਿਰਦਾ। ਉਹ ਆਪਣੇ ਆਦਰਸ਼ ਤੋਂ ਥੱਲੇ ਕਦੇ ਵੀ ਨਹੀਂ ਡਿੱਗਦਾ। ਬਲਬਲ ਜੇ ਬਿਸਨ ਤਨਾ ਜਸ ਗਾਵੇ। ਤਨਾ, ਤਨੁਜ ਕਹਿੰਦੇ ਨੇ ਪੁੱਤਰ ਨੂੰ। ਬਿਸਨ ਤਨਾ ਦਾ ਮਤਲਬ ਰੱਬ ਦਾ ਪੁੱਤਰ, ਮਤਲਬ ਰੱਬ ਦਾ ਜੋ ਭਗਤ ਹੈ, ਰੱਬ ਦਾ ਜੋ ਦਾਸ ਹੈ, ਰੱਬ ਦੀ ਸ਼ਰਨ ਵਿੱਚ ਤੁਰਨ ਵਾਲਾ ਹੈ। ਬਿਸਨ ਤਨਾ ਦਾ ਮੀਨਿੰਗ ਇੱਥੇ ਹੈਗਾ ਪ੍ਰਭੂ ਦਾ ਦਾਸ, ਰੱਬੀ ਰਜ਼ਾ ਵਿੱਚ ਤੁਰਨ ਵਾਲਾ। ਜਸ ਗਾਵੇ ਦਾ ਮਤਲਬ ਜੋ ਯਸ਼ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਗੁਰੂ ਜੀ ਕਹਿੰਦੇ ਨੇ, ਮੈਂ ਪ੍ਰਭੂ ਦੇ ਉਸ ਦਾਸ ਤੋਂ ਕੁਰਬਾਨ ਜਾਂਦਾ ਹਾਂ ਜੋ ਰੱਬੀ ਗੁਣ ਗਾਉਂਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ। ਭਗਤ ਕਬੀਰ ਜੀ ਕਹਿ ਰਹੇ ਨੇ, ਮੈਂ ਕੁਰਬਾਨ ਹਾਂ ਉਸ ਬੰਦੇ ਤੋਂ, ਉਸ ਇਨਸਾਨ ਤੋਂ, ਉਸ ਰੱਬ ਦੇ ਪਿਆਰੇ ਤੋਂ, ਜੋ ਹਮੇਸ਼ਾ ਹਮੇਸ਼ਾ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਵਿਸ਼ਨ ਮਿਲੇ ਸਭ ਹੀ ਸੱਚ ਪਾਵੇ। ਸਭ ਹੀ ਦਾ ਮਤਲਬ ਸਭ ਥਾਵਾਂ ਤੇ ਰਹਿਣ ਵਾਲਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਪ੍ਰਭੂ ਨੂੰ ਮਿਲ ਪੈਂਦਾ ਹੈ, ਤਾਂ ਉਹ ਹਰ ਥਾਂ ਤੇ ਰੱਬ ਨੂੰ ਹੀ ਵੇਖਦਾ ਹੈ। ਵਿਸ਼ਨ ਮਿਲੇ ਸਭ ਹੀ ਸੱਚ ਪਾਵੇ। ਪਾਵੇ ਦਾ ਮਤਲਬ ਵੇਖਦਾ ਹੈ, ਜਾਣਦਾ ਹੈ। ਸਭ ਹੀ ਦਾ ਮਤਲਬ ਸਭ ਥਾਵਾਂ ਤੇ। ਜਦੋਂ ਉਹ ਪ੍ਰਭੂ ਦੇ ਵਿੱਚ ਲੀਨ ਹੁੰਦਾ ਹੈ,
ਤਾਂ ਫਿਰ ਉਹ ਸਭ ਥਾਵਾਂ ਤੇ ਚਾਰ ਚਫੇਰੇ ਵਾਸਤੇ ਰੱਬ ਨੂੰ ਹੀ ਵੇਖਦਾ ਹੈ ਕਿ ਅਦਿਸਤਾ ਜਗਤ ਰੱਬ ਦਾ ਰੂਪ ਹੈ। ਫਿਰ ਉਹ ਹਰ ਇੱਕ ਦੇ ਅੰਦਰ ਇਸ ਪੋਸਿਬਿਲਿਟੀ ਨੂੰ ਵੇਖਦਾ ਹੈ ਕਿ ਹਰ ਇਨਸਾਨ ਐਸਾ ਹੋ ਸਕਦਾ ਹੈ, ਕਿਉਂਕਿ ਐਸੀ ਪੋਸਿਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਫਿਰ ਉਹ ਹਰ ਇੱਕ ਦੇ ਨਾਲ ਐਸਾ ਹੀ ਪਿਆਰ ਔਰ ਵਿਹਾਰ ਕਰਦਾ ਹੈ।